ਮਾਨ ਸਾਹਿਬ ਹਰਾ ਪੈਨ ਚਲਾਓ। ਪੰਜਾਬ ਪੁਲਿਸ 2016 ਦੀ ਵੇਟਿੰਗ ਅਤੇ ਪੰਜਾਬ ਪੁਲਿਸ 2017 ਦੀ ਵੈਰੀਫਿਕੇਸ਼ਨ ਨੂੰ ਜੁਆਇਨਿੰਗ ਦਿਓ। ਇਹਨਾਂ ਦੇ ਵਿੱਚੋਂ 3 ਸਾਥੀਆਂ ਨੇ ਸਰਕਾਰਾਂ ਦੇ ਰਵੱਈਏ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 3 ਨੌਜਵਾਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਅਧਿਕਾਰੀ ਤੱਕ ਨਹੀਂ ਤੁਹਾਡਾ ਪਤਾ ਲੈਣ ਆਇਆ ਜਾਂ ਹਾਲ ਚਾਲ ਪੁੱਛਣ ਆਇਆ ਇਸ ਮਾਮਲੇ ਦੇ ਉੱਤੇ। ਸਰਕਾਰ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਕਿ ਸਾਡੀ ਮੌਤ ਦਾ ਕੋਈ ਮਰਜ਼ੀ ਕੋਈ ਫਾਹ ਲੇ, ਜੇ ਮਰਜ਼ੀ ਕਿ ਅਸੀਂ ਕੋਈ ਜ਼ਿੰਮੇਵਾਰ ਨਹੀਂ ਹੈਗੇ। ਸੀਐਮ ਸਾਹਿਬ ਨੇ ਮੀਟਿੰਗ ਆਪਣੀ ਚੁੰਨੀ ਉਤਾਰ ਕੇ ਉਹਨਾਂ ਦੇ ਪੈਰਾਂ 'ਚ ਰੱਖੀ ਸੀ, ਭੀਖ ਮੰਗੀ ਸੀ, ਸਰ ਸਾਨੂੰ ਜੁਆਇਨਿੰਗ ਦਿੱਤੀ ਜਾਵੇ। ਲੱਗਦਾ ਸੀ ਵੀ ਜੇ ਇੱਕ ਦੀ ਜਾਨ ਚਲੀ ਜਾਂਦੀ ਤਿੰਨਾਂ ਦੇ ਵਿੱਚੋਂ ਫਿਰ ਇਹ ਮਸਲਾ ਸ਼ਾਇਦ ਜਲਦੀ ਹੱਲ ਹੋ। ਮੁਸ਼ਕਲ ਹੈ ਕਿਉਂਕਿ ਹਜੇ ਤੱਕ ਕਿਸੇ ਨੇ ਸਾਰ ਨਹੀਂ। ਪੋਸਟ ਗ੍ਰੈਜੂਏਟ ਕਰਕੇ ਵੀ ਸਿਪਾਹੀ ਲਈ ਤਰਸ ਰਹੇ ਹਾਂ ਅਸੀਂ। ਕੱਲ ਸਾਡੇ ਘਰ 3 ਵਾਰੀ ਪੁਲਿਸ ਮੁਲਾਜ਼ਮ ਗਏ ਆ ਕਿ ਤੁਸੀਂ ਆਪਣੀ ਕੁੜੀ ਨੂੰ ਘਰੇ ਬੁਲਾਓ, ਧਰਨੇ ਤੇ ਬੈਠੇ ਆ, ਉਹਨਾਂ ਨੂੰ ਘਰੇ ਬੁਲਾਓ। ਇਹ ਕਿਉਂ ਜਾ ਰਹੇ ਆ? ਫਿਰ ਹੁਣ ਅਸੀਂ ਇੱਥੋਂ ਖਾਲੀ ਹੱਥ ਤਾਂ ਜਾਵਾਂਗੇ ਨਹੀਂ, ਜਾਂ ਮਰ ਕੇ ਜਾਵਾਂਗੇ ਜਾਂ ਜੌਬ ਲੈ ਕੇ ਜਾਵਾਂਗੇ। ਸਰਕਾਰਾਂ ਬਦਲਦੀਆਂ ਹੀ ਰਹਿੰਦੀਆਂ ਤੇ ਇਹਦਾ ਹੁਣ ਤੁਹਾਨੂੰ ਟ੍ਰੇਲਰ ਦਿਖਾਤਾ ਜੀ ਸੰਗਰੂਰ ਦੇ ਲੋਕਾਂ ਨੇ। ਇਦੋਂ ਬਾਅਦ ਸਾਰੇ ਪੰਜਾਬ ਦੇ ਤੇ ਸਾਰੇ ਪੰਜਾਬ 'ਚ ਵਿਰੋਧ ਹੋਊਗਾ ਐਮਪੀ ਇਲੈਕਸ਼ਨ। 40 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਰਹੇ ਆ ਮੁੰਡੇ ਬੈਠੇ ਹੈਗੇ ਆ, ਅਸੀਂ ਕੁੜੀਆਂ ਬੈਠੀਆਂ 25 27 ਸਾਲ ਦੇ ਹੋ ਗਏ ਆ, ਓਵਰ ਏਜ ਹੋ ਗਏ ਆ, ਕੁਝ ਤਾਂ 35 ਸਾਲਾਂ ਦੇ ਹੋ ਗਏ ਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਆਪ ਤਾਂ ਦੂਜੀ ਵਾਰ ਵਿਆਹ ਕਰਾ ਲਿਆ। ਪੰਜਾਬੀ ਦੇ ਗੀਤ ਦੀਆਂ ਇੱਕ ਸਤਰਾਂ ਨੇ, ਮੁੰਡਾ ਲੱਗਿਆ ਪੁਲਿਸ ਹੌਲਦਾਰ ਨਹੀਂ, ਉਹਦਾ ਇਲਾਕੇ ਵਿੱਚ ਪੂਰਾ ਸਤਿਕਾਰ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ। ਪਿੱਛੇ ਤੁਹਾਨੂੰ ਬੈਕਡ੍ਰੌਪ ਦੇ ਵਿੱਚ ਜ਼ਿਲ੍ਹਾ ਪੁਲਿਸ ਸੰਗਰੂਰ ਠਹਿਰੋ ਵੱਡੀ ਬੈਰੀਗੇਟਿੰਗ ਕੀਤੀ ਹੋਈ ਨਜ਼ਰ ਆ ਰਹੀ ਹੈ। ਬੈਰੀਗੇਟਿੰਗ ਦੀ ਬਹੁਤ ਲੰਬੀ ਕਤਾਰ ਹੈ ਇਹ, ਔਰ ਇਹ ਸੰਗਰੂਰ ਦੀ ਪੁਲਿਸ ਨੇ ਇਹ ਕਤਾਰ ਖੜੀ ਕੀਤੀ ਹੈ। ਖੜੀ ਕਿਹਨਾਂ ਦੇ ਖਿਲਾਫ ਕੀਤੀ ਹੈ? ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜਿਹੜੀ ਸੰਗਰੂਰ ਦੀ ਰਿਹਾਇਸ਼ ਹੈ, ਜਿਸ ਦੇ ਵਿੱਚ ਉਹਨਾਂ ਦੇ ਮਾਤਾ ਜੀ ਰਹਿੰਦੇ ਨੇ, ਔਰ ਕਦੇ ਕਦਾਈ ਮੁੱਖ ਮੰਤਰੀ ਸਾਹਿਬ ਦਾ ਵੀ ਚੱਕਰ ਲੱਗਦਾ। ਇਹ ਉਹ ਸੰਗਰੂਰ ਹੈ ਜਿਸ ਸੰਗਰੂਰ ਨੂੰ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ। ਪਰ ਉਸੇ ਰਾਜਧਾਨੀ ਦੇ ਵਿੱਚ ਸੰਗਰੂਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਵਿੱਚੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਹੋਰਾਂ ਨੂੰ ਹਰਾਇਆ, ਬਾਕੀ ਸਾਰੀਆਂ ਧਿਰਾਂ ਨੂੰ ਵੀ ਹਰਾਇਆ। ਇਹ ਬੈਰੀਗੇਟਿੰਗ ਜਿਹੜੀ ਹੈ ਜਿਸ ਦੇ ਉੱਤੇ ਸੰਗਰੂਰ ਲਿਖਿਆ ਹੋਇਆ ਹੈ, ਇਹ ਉਹਨਾਂ ਨੌਜਵਾਨ ਲੜਕੇ ਲੜਕੀਆਂ ਪੰਜਾਬ ਦੇ ਉਹਨਾਂ ਬੇਰੁਜ਼ਗਾਰਾਂ ਨੂੰ ਰੋਕਣ ਦੇ ਲਈ ਜਾਂ ਇਹ ਦੀਵਾਰ ਖੜੀ ਕੀਤੀ ਗਈ ਹੈ ਕਿ ਜਿਹੜੇ ਲੋਕ ਆਪਣੇ ਜਾਇਜ਼ ਹੱਕ ਮੰਗ ਰਹੇ ਨੇ, ਹੱਕ ਮੰਗਦੇ ਲੋਕ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਨਾ ਪਹੁੰਚ ਸਕਣ, ਮੁੱਖ ਮੰਤਰੀ ਦੇ ਅਧਿਕਾਰੀਆਂ ਤੱਕ ਨਾ ਪਹੁੰਚ ਸਕਣ, ਜਾਂ ਸੰਬੰਧਿਤ ਮਹਿਕਮੇ ਦੇ ਜਿਹੜੇ ਮੰਤਰੀ ਨੇ ਉਹਨਾਂ ਤੱਕ ਨਾ ਪਹੁੰਚ ਸਕਣ। ਜਦੋਂ ਸੱਤਾ ਤੋਂ ਬਾਹਰ ਸੀ ਆਮ ਆਦਮੀ ਪਾਰਟੀ ਅਤੇ ਹੁਣ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਉਦੋਂ ਇਹ ਗੱਲ ਬੜੇ ਜ਼ੋਰ ਸ਼ੋਰ ਨਾਲ ਚੱਕੀ ਜਾਂਦੀ ਸੀ ਕਿ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਖਤਮ ਹੋਣੀ ਚਾਹੀਦੀ ਹੈ। ਪੰਜਾਬ ਦੇ ਜਿਹੜੇ ਧਰਨਾਕਾਰੀ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੇ ਆਪਣੇ ਹੱਕ ਮੰਗ ਰਹੇ ਨੇ, ਉਹਨਾਂ ਦੇ ਉੱਤੇ ਲਾਠੀਚਾਰਜ ਨਹੀਂ ਹੋਣਾ ਚਾਹੀਦਾ। ਜਿੱਥੇ ਕਿਤੇ ਵੀ ਨੌਜਵਾਨ ਧਰਨਾ ਲਾਉਣ, ਚਾਹੇ ਉਹ ਲੰਬੀ ਹੋਵੇ ਅਕਾਲੀ ਭਾਜਪਾ ਸਰਕਾਰ ਵੇਲੇ ਜਾਂ ਪਟਿਆਲਾ ਹੋਵੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ, ਜਿੱਥੇ ਵੀ ਨੌਜਵਾਨ ਧਰਨਾ ਲਾਉਣ ਜਾਂ ਧਰਨਾਕਾਰੀ ਧਰਨਾ ਲਾਉਣ, ਉੱਥੇ ਉਹਨਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ। ਮਸਲਨ ਜੇ ਬਰਸਾਤ ਪੈ ਰਹੀ ਹੈ, ਠੰਡ ਪੈ ਰਹੀ ਹੈ, ਅੰਤਾਂ ਦੀ ਧੁੱਪ ਗਰਮੀ ਪੈ ਰਹੀ ਹੈ, ਤਾਂ ਸਰਕਾਰ ਵੱਲੋਂ ਤੰਬੂ ਲੱਗੇ ਹੋਣੇ ਚਾਹੀਦੇ ਨੇ ਤਾਂ ਜੋ ਜਿਹੜੇ ਬੇਰੁਜ਼ਗਾਰ ਨੇ ਉਹ ਉੱਥੇ ਆ ਕੇ ਧਰਨਾ ਦੇ ਸਕਣ, ਆਪਣਾ ਬੈਠ ਕੇ ਆਪਣੀ ਆਵਾਜ਼ ਬੁਲੰਦ ਕਰ ਸਕਣ। ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਜੇਕਰ ਉਹਨਾਂ ਨੂੰ ਪਾਣੀ ਦੀ ਪਿਆਸ ਲੱਗਦੀ ਹੈ, ਧਰਨਾਕਾਰੀਆਂ ਨੂੰ, ਹੱਕ ਮੰਗਦੇ ਲੋਕਾਂ ਨੂੰ, ਤਾਂ ਉਹ ਆਪਣੀ ਪਿਆਸ ਬੁਝਾ ਸਕਣ। ਆਓ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਜਿਹੜੀ ਮੁੱਖ ਮੰਗ ਹੈ ਉਹ ਦਿਖਾ ਦਿੰਨਾ ਜੀ। ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਸੀ ਕਿ ਲੋਕੋ ਹੁਣ ਤੁਹਾਡੇ ਭਰਾ ਦੇ ਹੱਥ, ਤੁਹਾਡੇ ਪੁੱਤ ਦੇ ਹੱਥ ਹਰਾ ਪੈਨ ਆ ਚੁੱਕਿਆ। ਇਹ ਹੁਣ ਲੋਕ ਭਲਾਈ ਲਈ ਚੱਲੇਗਾ, ਪੰਜਾਬ ਦੇ ਮੁੱਦਿਆਂ ਲਈ ਚੱਲੇਗਾ ਹਰਾ ਪੈਨ। ਮਾਨ ਸਾਹਿਬ ਹਰਾ ਪੈਨ ਚਲਾਓ। ਪੰਜਾਬ ਪੁਲਿਸ 2016 ਦੀ ਵੇਟਿੰਗ ਅਤੇ ਪੰਜਾਬ ਪੁਲਿਸ 2017 ਦੀ ਵੈਰੀਫਿਕੇਸ਼ਨ ਨੂੰ ਜੁਆਇਨਿੰਗ ਦਿਓ। 6 ਸਾਲ ਹੋ ਚੱਲੇ ਇਸ ਮਸਲੇ ਨੂੰ। ਮੈਨੂੰ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੀ ਜੀਵਨ ਸਾਥਣ ਨੇ ਵੀ ਇਹ ਭਰਤੀ ਦੇਖੀ ਸੀ, ਕਿਉਂਕਿ ਉਹ ਸਪੋਰਟਸ ਵਾਲੇ ਨੇ, ਉਹਨਾਂ ਨੇ ਵੀ ਉਹ ਭਰਤੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਦੇਖੀ ਸੀ 2016 ਦੇ ਵਿੱਚ ਹੀ। ਉਹ ਗੱਲ ਠੀਕ ਹੈ ਕਿ ਮੇਰੀ ਜੀਵਨ ਸਾਥਣ ਦੀ ਜੁਆਇਨਿੰਗ ਨਹੀਂ ਹੋ ਸਕੀ। ਉਹਨਾਂ ਨੇ ਸਭ ਤੋਂ ਹਾਈਐਸਟ ਜੰਪ ਮਾਰਿਆ ਪਰ ਫਾਉਲ ਕਰਕੇ ਜੰਪ ਮਾਰਿਆ ਸੀਗਾ। ਦੂਜੀ ਗੱਲ, ਪਰ ਜਿਨ੍ਹਾਂ ਨੇ ਉਹ ਟੈਸਟ ਕਲੀਅਰ ਕਰ ਲਿਆ ਔਰ ਜਿਨ੍ਹਾਂ ਨੇ
ਫਿਜ਼ੀਕਲ ਟੈਸਟ ਵੀ ਕਲੀਅਰ ਕਰ ਲਿਆ, ਤਕਨੀਕੀ ਘੁੰਡੀ ਉਡਾ ਦਿੱਤੀ ਉਦੋਂ ਦੀਆਂ ਸਰਕਾਰਾਂ ਨੇ, ਤੇ ਹੁਣ ਦੀ ਮੌਜੂਦਾ ਸਰਕਾਰ ਤੋਂ ਵੀ ਉਹ ਤਕਨੀਕੀ ਘੁੰਡੀ ਜਿਹੜੀ ਹੈ ਉਹ ਸੁਲਝ ਨਹੀਂ ਰਹੀ। ਪਰਸੋਂ ਔਰ ਚੌਥੇ ਇੱਕ ਖਬਰ ਆਈ ਸੀ ਕਿ ਧਰਨੇ ਦੇ ਉੱਤੇ ਬੈਠੇ ਹੋਏ ਇਹ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੇ, ਇਹਨਾਂ ਦੇ ਵਿੱਚੋਂ 3 ਸਾਥੀਆਂ ਨੇ ਸਰਕਾਰਾਂ ਦੇ ਰਵੱਈਏ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਬਹੁਤ ਅਹਿਮ ਘਟਨਾ, ਬਹੁਤ ਅਹਿਮ ਸਵਾਲ ਸੀਗਾ ਪੰਜਾਬ ਸਰਕਾਰ ਦੇ ਅੱਗੇ ਕਿ ਜੇਕਰ ਤੁਹਾਡੀ ਸਰਕਾਰ ਦੀ ਇਹ ਨਾ ਅਹਿਲੀਅਤ ਹੈ ਕਿ ਇੱਕ ਤਾਂ ਇਹਨਾਂ ਨੂੰ ਸੜਕਾਂ ਦੇ ਉੱਤੇ ਬੈਠਣਾ ਪਿਆ, ਧਰਨੇ ਕਰਨੇ ਪੈ ਰਹੇ ਨੇ, ਧਰਨੇ ਦੇਣੇ ਪੈ ਰਹੇ ਨੇ, ਦੂਜਾ ਤੁਹਾਡੇ ਰਵੱਈਏ ਤੋਂ ਤੰਗ ਆ ਕੇ, ਤੁਹਾਡੇ ਰਵੱਈਏ ਤੋਂ ਪਰੇਸ਼ਾਨ ਹੋ ਕੇ ਜੇਕਰ ਹੱਕ ਮੰਗਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਖੁਦਕੁਸ਼ੀ ਕਰਨ ਦੀ ਨੌਬਤ ਆ ਜਾਂਦੀ ਹੈ ਤਾਂ ਫਿਰ ਤੁਸੀਂ ਦੇਖ ਲਿਓ ਕਿ ਪੰਜਾਬ ਦੇ ਹਾਲਾਤ ਕੀ ਹੋਣਗੇ ਔਰ ਪੰਜਾਬ ਸਰਕਾਰ ਪ੍ਰਤੀ ਲੋਕਾਂ ਦੇ ਅੰਦਰ ਬੇਭਰੋਸਗੀ ਕਿਸ ਤਰੀਕੇ ਦੀ ਹੋਏਗੀ। ਮਸਲਾ ਕੀ ਹੈ, ਸਾਰੇ ਮਸਲੇ ਦੇ ਉੱਤੇ ਧਿਆਨ ਦਿਵਾਉਣਾ ਤੁਹਾਨੂੰ। ਬਹੁਤ ਗੰਭੀਰ ਮੁੱਦੇ ਨੇ। ਆ ਦੇਖ ਲਓ, ਲੰਮੇ ਲੰਜੇ ਨੌਜਵਾਨ ਬੈਠੇ ਨੇ, ਸਾਡੀਆਂ ਕੁੜੀਆਂ ਬੈਠੀਆਂ ਨੇ। ਇਹਨਾਂ ਨੇ ਸਖਤ ਮਿਹਨਤਾਂ ਕਰਨ ਤੋਂ ਬਾਅਦ ਉਹ ਫਿਜ਼ੀਕਲ ਟੈਸਟ ਕਲੀਅਰ ਕੀਤਾ ਹੋਏਗਾ। ਕਿੰਨੇ ਕਿੰਨੇ ਦਿਨ ਇਹ ਗਰਾਊਂਡਾਂ ਦੇ ਵਿੱਚ ਭੱਜੇ ਹੋਣਗੇ, ਕਿੰਨੀ ਮਿਹਨਤ ਕਰਕੇ ਇਹਨਾਂ ਨੇ ਉਹ ਪੁਲਿਸ ਦੀ ਜਿਹੜੀ ਭਰਤੀ ਹੈ ਉਹ ਦੇਖੀ ਹੋਏਗੀ, ਉਸ ਭਰਤੀ ਨੂੰ ਕਲੀਅਰ ਕੀਤਾ ਹੋਏਗਾ, ਉਸ ਦੇ ਕਾਬਲ ਹੋਏ ਹੋਣਗੇ। ਪਰ ਸਰਕਾਰਾਂ ਕਿਉਂ ਨਹੀਂ ਇਹਨਾਂ ਨੂੰ ਕਾਬਲ ਸਮਝਦੀਆਂ, ਜਾਂ ਤਕਨੀਕੀ ਘੁੰਡੀ ਕਿਉਂ ਅੜੀ ਹੋਈ ਹੈ, ਜਾਂ ਇਹ ਨੌਬਤ ਕਿਉਂ ਆਈ ਕਿ ਆਪਣੀ ਜਾਨ ਖਤਮ ਕਰਨ ਤੱਕ 3 ਨੌਜਵਾਨਾਂ ਨੂੰ ਉਹ ਕਦਮ ਚੁੱਕਣਾ ਪਿਆ। 2 ਨੇ ਕੋਈ ਜ਼ਹਿਰੀਲੀ ਚੀਜ਼ ਨਿਕਲੀ ਸੀ, ਇੱਕ ਨੇ ਦਰਖਤ ਦੇ ਉੱਤੇ ਫਾਹਾ ਲਾ ਕੇ ਆਪਣਾ ਜੀਵਨ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਗੰਭੀਰ ਮਸਲਾ ਹੈ। ਬਾਈ ਕੀ ਨਾਂ ਜੀ ਤੁਹਾਡਾ? ਜਗਸੀਰ ਸਿੰਘ ਹੈ ਵੀਰੇ। ਜਗਸੀਰ ਬਾਈ, ਆਮ ਲੋਕਾਂ ਨੂੰ ਸਮਝਾਓ। ਦੇਖੋ, ਲੋਕਾਂ ਨੇ 92 ਵਿਧਾਇਕ ਸਮੇਤ ਮੁੱਖ ਮੰਤਰੀ ਚੁਣੇ, ਦਾ ਮਤਲਬ ਇੱਕ ਪਾਸਾ ਕੀਤਾ, ਸਭ ਨੇ ਵੋਟਾਂ ਪਾਈਆਂ। ਲੋਕਾਂ ਨੂੰ ਇਹ ਸੀ ਕਿ ਸਰਕਾਰ ਆ ਗਈ ਹੈ ਤੇ ਹੁਣ ਸ਼ਾਇਦ ਤੁਹਾਡੇ ਜਿਹੜੇ ਲਟਕੇ ਹੋਏ ਮਸਲੇ ਨੇ ਉਹ ਹੱਲ ਹੋ ਜਾਣਗੇ। ਤੁਹਾਡਾ ਮਸਲਾ ਪੰਜਾਬ ਪੁਲਿਸ ਦੀ ਭਰਤੀ ਦਾ 2016-17 ਦਾ 6 ਸਾਲ ਹੋ ਗਏ, ਬੜਾ ਲੰਮਾ ਮਸਲਾ ਹੈ। ਕਿਵੇਂ ਉਲਝਾਤਾ ਔਰ ਘੁੰਡੀ ਕੀ ਹੈ ਜਿਹੜੀ ਇਹਨਾਂ ਤੋਂ ਵੀ ਨਹੀਂ ਸੁਲਝੀ ਹੈਗੀ? ਦੇਖੋ ਜੀ, ਜਿਹੜੀ ਇਹ ਭਰਤੀ ਹੈ 2016 ਦੀ ਆ, 7416 ਵੈਕੈਂਸੀ ਹੈ। ਬਾਦਲ ਸਰਕਾਰ ਦੇ ਵਿੱਚ ਆਊਟ ਹੋਈ ਵੈਕੈਂਸੀ ਸੀ, ਜਿਹਦੇ ਵਿੱਚ ਆ ਸਾਰੇ ਮੁੰਡੇ ਟ੍ਰਾਇਲ ਪਾਸ ਆ, ਸਾਰੇ 6-6 ਫੁੱਟੇ ਆ। ਕੋਈ ਇਹੋ ਜਿਹਾ ਨਹੀਂ ਹੈਗਾ ਵੀ ਜਿਹੜੇ ਦੀ ਹਾਈਟ 6 ਤੋਂ ਘੱਟ ਹੋਵੇ, ਤੇ ਸਾਰੇ ਐਲੀਜੀਬਲ ਹੈ। ਪਤਾ ਕੀ ਗੱਲ ਹੈ, ਇਹਨਾਂ ਦੇ ਵਿੱਚੋਂ ਕੁਝ ਮੁੰਡੇ ਵੇਟਿੰਗ ਲਿਸਟ ਦੇ ਵਿੱਚ ਰੱਖੇ ਗਏ 2016 ਦੇ ਵਿੱਚ, ਟ੍ਰਾਇਲ ਪਾਸ, ਕੁਝ ਵੈਰੀਫਿਕੇਸ਼ਨ ਦੇ ਵਿੱਚ ਰੱਖੇ ਗਏ ਆ। ਤੇ ਇਹਦੇ ਵਿੱਚ ਸਾਨੂੰ 6 ਸਾਲ ਹੋ ਗਏ। ਅਸੀਂ ਪਹਿਲਾਂ ਬਾਦਲ ਸਰਕਾਰ ਵੇਲੇ ਵੀ ਪ੍ਰੋਟੈਸਟ ਕੀਤਾ ਜਲਾਲਾਬਾਦ, ਉਦੋਂ ਵੀ ਸਾਡੀ ਗੱਲਬਾਤ ਨਹੀਂ ਸੁਣੀ ਗਈ। ਫਿਰ ਉਸ ਤੋਂ ਬਾਅਦ ਕੈਪਟਨ ਸਰਕਾਰ ਸੱਤਾ ਦੇ ਵਿੱਚ ਆਈ, 5-4 ਸਾਲ ਅਸੀਂ ਉਦੋਂ ਵੀ ਪ੍ਰੋਟੈਸਟ ਕਰਦੇ ਰਹੇ ਲਗਾਤਾਰ। ਕੁਝ ਮਹੀਨੇ, 3 ਮਹੀਨੇ ਚੰਨੀ ਸਾਹਿਬ ਨੂੰ ਮਿਲੇ, ਉੱਥੇ ਵੀ ਮਰਿੰਡੇ ਅਸੀਂ ਧਰਨਾ ਲਾਇਆ, ਪਟਿਆਲੇ ਵੀ ਲਾਇਆ, ਸਿੱਧੂ ਸਾਹਿਬ ਕੋਲੇ ਅੰਮ੍ਰਿਤਸਰ ਵੀ ਗਏ ਜਦੋਂ ਪ੍ਰਧਾਨ ਬਣਾਇਆ ਸੀ ਨਵਜੋਤ ਸਿੰਘ ਸਿੱਧੂ ਨੂੰ, ਤੇ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਸੀ। ਮੰਗ ਪੱਤਰ ਜਾਂ OSD ਨੂੰ ਵਗੈਰਾ ਨੂੰ ਮਿਲ ਕੇ ਅਸੀਂ ਆ ਜਾਂਦੇ ਸੀ, ਉਹ ਕਹਿੰਦੇ ਤੁਹਾਡਾ ਪ੍ਰੋਟੈਸਟ ਪ੍ਰੋਸੈਸ ਹੈ ਜਿਹੜਾ ਉਹ ਚੱਲੀ ਜਾਂਦਾ, ਤੇ ਸਾਨੂੰ ਕੋਈ ਵੀ ਇਹੋ ਜਿਹਾ ਕੋਈ ਹੁੰਗਾਰਾ ਨਹੀਂ ਭਰਿਆ ਵੀ ਕੋਈ ਠੋਸ ਵੀ ਜਿਹਦੇ ਨਾਲ ਸਾਨੂੰ ਕੋਈ ਯਕੀਨ ਹੋ ਸਕੇ। ਤੇ ਹੁਣ ਜਦੋਂ ਮੌਜੂਦਾ ਤੇ ਆ ਜੀ, ਮੌਜੂਦਾ ਵਾਲੇ ਕੀ ਕਹਿੰਦੇ? ਹਾਂ, ਮੌਜੂਦਾ ਦੀ ਗੱਲ ਸੁਣਦੇ, ਹੁਣ 3 ਮਹੀਨੇ ਮੂੰਹ ਹੋ ਗਿਆ ਜੀ ਸਾਨੂੰ ਇੱਥੇ ਬੈਠਿਆਂ ਨੂੰ। ਮਾਨ ਸਾਹਿਬ ਨਾਲ ਸਾਡੀ 2 ਵਾਰੀ ਮੀਟਿੰਗ ਹੋ ਚੁੱਕੀ ਆ। ਮਾਨ ਸਾਹਿਬ ਨੇ ਇਹ ਭਰੋਸਾ ਦਵਾਇਆ, ਪਹਿਲੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ, ਕਹਿੰਦੇ ਅਸੀਂ ਤੁਹਾਡਾ ਮਹੀਨੇ ਦੇ ਵਿੱਚ ਹੱਲ ਕਰ ਦਾਂਗੇ। ਉਹ ਮਹੀਨੇ ਨੂੰ ਅੱਜ 3 ਮਹੀਨੇ ਹੋ ਗਏ। ਉਸ ਤੋਂ ਬਾਅਦ ਕੁਝ ਦਿਨ ਜਿਹੜੇ ਲਾਸਟ ਗਏ ਆ ਲੰਘ ਕੇ, ਉਹਨਾਂ ਦੇ ਵਿੱਚ ਵੀ ਸਾਡੀ ਮੀਟਿੰਗ ਹੋਈ ਸੀ। ਮਾਨ ਸਾਹਿਬ ਨੇ ਇਹੀ ਆਖਿਆ ਸੀ ਵੀ ਤੁਹਾਡਾ ਜਿਹੜਾ ਮੰਗ ਪੱਤਰ ਦਿਓ, ਤੇ ਮੈਂ 500 ਬੰਦਾ ਮਾਰਕ ਕੀਤਾ ਹੋਇਆ ਤੇ DGP ਨੂੰ ਮੈਂ ਫਾਰਵਰਡ ਕਰੂੰਗਾ ਵੀ ਇਹਨਾਂ ਦਾ ਹੱਲ ਕਰੋ। ਤੇ ਅੱਜ ਉਹ ਗੱਲਾਂ ਨੂੰ 20-22 ਦਿਨ ਹੋ ਗਏ, ਫਿਰ ਸਾਡੀ ਕੋਈ ਗੌਰ ਨਹੀਂ। ਅਸੀਂ ਪਹਿਲਾਂ 1 ਮਹੀਨੇ ਨੂੰ 3 ਮਹੀਨੇ ਹੋ ਗਏ, ਹੁਣ 20-22 ਦਿਨ ਉਹ DGP ਜਿਹੜਾ 500 ਬੰਦਾ ਮਾਰਕ ਕੀਤਾ ਹੈ, ਹਾਂਜੀ, ਉਹਨੂੰ ਵੀ ਹੋ ਗਏ 20-22 ਦਿਨ, ਤੇ ਸਾਡੀ ਕੋਈ ਨਹੀਂ ਮੰਨ ਕੇ ਸੁਣਵਾਈ ਜੀ। ਕਿਤੇ ਵੀ ਜਾਂਦੇ ਆ, ਬਸ ਮਿੱਠੀ ਜੀ ਗੋਲੀ ਦੇ ਕੇ ਮੋੜ ਦਿੱਤਾ ਜਾਂਦਾ ਜੀ। ਪਹਿਲਾਂ ਵਾਲਾ ਹਾਲ ਹੀ ਹੈ। ਪਹਿਲਾਂ ਵਾਲਾ ਹਾਲ ਹੈ ਜੀ। ਉਹ 92 ਜਿਤਾਤੇ ਸਾਰਿਆਂ ਨੇ, ਲੋਕਾਂ ਨੇ ਵੋਟਾਂ ਪਾ ਦਿੱਤੀਆਂ ਜੀ। ਮਾਨ ਸਾਹਿਬ ਕਹਿੰਦੇ ਹਰਾ ਪੈਨ ਚਲਾਵਾਂਗੇ, ਪਹਿਲਾਂ ਮਰਿੰਡੇ ਆਉਂਦੇ ਰਹੇ ਸੀ ਧਰਨੇ ਤੇ, ਜੋ ਵੀ ਕਹਿੰਦੇ ਸੀ ਵੀ ਟੈਂਕੀਆਂ ਚੜ੍ਹਿਆ ਸਾਡੇ ਧੀਆਂ ਪੁੱਤ ਆ ਵੀ ਅਸੀਂ ਨਹੀਂ ਚੁੰਨੀਆਂ ਰੋਣ ਦੇਣੀਆਂ ਕੁੜੀਆਂ ਦੀਆਂ, ਜਾਂ ਕਿਸੇ ਘਰ ਦੀ ਚੁੱਲ੍ਹੇ ਦੀ ਅੱਗ ਨਹੀਂ ਬੁਝਣ ਦਿੰਦੇ। ਤੇ ਉਹ ਮੰਨ ਕੇ ਚੱਲ ਸਭ ਇੱਕ ਝੂਠਾ ਹੀ ਸੀਗਾ, ਇੱਕ ਮੰਨ ਗਿਆ ਫਰਾਡ ਗੱਲਾਂ ਸੀਗੀਆਂ ਜਿਹੜੀਆਂ ਮਾਨ ਸਾਹਿਬ ਨੇ ਕੀਤੀਆਂ ਸੀ, ਤੇ ਅੱਜ ਉਹਤੇ ਕੋਈ ਅਮਲ ਨਹੀਂ ਹੈਗਾ। ਆ ਦੇਸੀ ਰਿਹਾ ਤੁਹਾਨੂੰ, ਜਦੋਂ ਕੋਈ ਮਾਨ ਸਾਹਿਬ ਇੱਥੇ ਆਉਂਦੇ ਆ ਸਿਕਿਉਰਿਟੀ ਲਾ ਆਉਂਦੇ ਆ, ARP ਟੀਮ ਸਾਰੀ ਇੱਥੇ ਕਮਾਂਡੋ ਫੋਰਸ ਲੱਗ ਜਾਂਦੀ ਹੈ, ਸਾਨੂੰ ਲੁਕੋਇਆ ਜਾਂਦਾ ਹੈਗਾ। ਉਸ ਤੋਂ ਬਾਅਦ ਇੱਕ ਮੀਟਿੰਗ ਜ਼ਰੂਰ ਹੁੰਦੀ ਹੈ ਸਾਡੀ, ਇਹਦੀ ਗੱਲ ਨਹੀਂ ਵੀ ਮੀਟਿੰਗ ਨਹੀਂ ਹੁੰਦੀ। ਬਈ ਐ ਲੁਕੋ ਕੇ ਤਾਂ ਮਸਲਿਆਂ ਦੇ ਹੱਲ ਨਹੀਂ ਹੋਣੇ, ਐ ਲੁਕੋ ਕੇ ਤਾਂ ਸਵਾਲਾਂ ਦੇ ਉੱਤਰ ਨਹੀਂ ਮਿਲਣੇ ਹੈਗੇ। ਹਾਂਜੀ ਹਾਂਜੀ, ਆ ਹੁਣ ਪਿੱਛੇ ਜੇ ਤੁਹਾਨੂੰ ਪਤਾ ਹੀ ਆ ਵੀ ਸਾਡੇ 2 ਮੁੰਡਿਆਂ ਨੇ ਜ਼ਹਿਰੀਲੀ ਚੀਜ਼ ਨਿਕਲ ਲਈ, ਤੇ ਇੱਕ ਮੁੰਡੇ ਨੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਤੇ ਭੁੱਖ ਹੜਤਾਲ ਮਰਨ ਵਰਤ ਚੱਲਿਆ ਜੀ। ਤੇ ਉਹ ਚੀਜ਼ ਦਾ ਵੀ ਵੇਖੋ ਕਿੱਡੀ ਵੱਡੀ ਗੱਲ ਹੈ ਜੀ, ਉਹਦਾ ਵੀ ਕੋਈ ਹਜੇ ਤੱਕ
ਅਸਰ ਨਹੀਂ ਪਿਆ ਜੀ ਸਰਕਾਰ ਤੇ ਵੀ ਇਹ ਮੁੰਡੇ ਜਿਹੜੇ ਸਾਡੇ ਰਿਹਾਇਸ਼ ਦੇ ਮੂਹਰੇ ਸੀਐਮ ਸਾਹਿਬ ਨੂੰ ਚਾਹੀਦਾ ਵੀ ਬੈਠੇ ਆ ਵੀ ਇਹ ਚੀਜ਼ ਇੱਕ ਬਹੁਤ ਵੱਡੀ ਗੱਲ ਹੈ ਜੀ ਮਾਨ ਸਾਹਿਬ ਲਈ। ਬਾਈ ਤੁਸੀਂ ਕੀ ਕਹਿਣਾ ਬਾਈ, ਕੀ ਇਹਨਾਂ ਦੀ ਨੀਅਤ ਦੇ ਵਿੱਚ ਖੋਟ ਹੈ ਜਾਂ ਉਵੇਂ ਪਹਿਲਾਂ ਵਾਂਗੂ ਲਾਰੇ ਲੱਪਿਆਂ ਦੇ ਉੱਤੇ ਕੰਮ ਨਿਕਲਣਾ ਚਾਹੁੰਦਾ? ਦੇਖੋ ਜੀ, ਜਿਵੇਂ ਪਹਿਲਾਂ ਸਰਕਾਰਾਂ ਸੀ, ਅਕਾਲੀ ਦਲ ਲਾ ਲਈਏ ਜਾਂ ਕਾਂਗਰਸ ਲਾ ਲਈਏ, ਸਾਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਭਰੋਸਾ ਸੀ ਕਿ ਇਹ ਸਾਡੀਆਂ ਹਰੇਕ ਵਿਅਕਤੀ ਦੀ ਮੰਗਾਂ ਤੇ ਖਰੀ ਉਤਰੂਗੀ, ਪਰ ਲੇਕਿਨ ਸੀਐਮ ਦਾ ਚਿਹਰਾ ਬਦਲਿਆ ਲੇਕਿਨ ਹਾਲਾਤ ਨਹੀਂ। ਸੀਐਮ ਸਾਹਿਬ ਨਾਲ ਸਾਡੀ 2 ਵਾਰ ਮੀਟਿੰਗ ਹੋ ਚੁੱਕੀ ਹੈ ਲੇਕਿਨ ਉਹ ਮੀਟਿੰਗ ਬੇਨਤੀਜਾ ਨਹੀਂ ਹੈ। ਹੁਣ ਅਸੀਂ ਫਿਰ ਵੀ ਲਗਾਤਾਰ ਸੀਐਮ ਸਾਹਿਬ ਤੋਂ ਹੀ ਮੰਗ ਕਰ ਰਹੇ ਕਿ ਜੋ ਸਾਡੀਆਂ ਮੰਗਾਂ ਉਹਨਾਂ ਵੱਲ ਧਿਆਨ ਦਿੱਤਾ ਜਾਵੇ। ਲਗਭਗ ਪਿਛਲੇ 1 ਵੀਕ ਤੋਂ ਸਾਡੇ ਜੋ ਕੈਂਡੀਡੇਟ ਸੀਗੇ ਉਹਨਾਂ ਜ਼ਹਿਰੀਲੀ ਚੀਜ਼ ਨਿਕਲਣ ਕਾਰਨ ਹਸਪੀਟਲ ਐਡਮਿਟ ਸੀ। ਦੇਖੋ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਇੱਥੇ। ਮੌਕੇ ਦੀ ਜੋ ਐਮਐਲਏ ਹੈ ਨਰਿੰਦਰ ਕੌਰ ਭਰਾਜ ਭੈਣ ਜੀ, ਉਹਨਾਂ ਪਤਾ ਤੱਕ ਨਹੀਂ ਲਿਆ, ਨਾ ਡੀਐਸਪੀ ਸਾਹਿਬ ਆਏ, ਨਾ ਐਸਐਸਪੀ ਸਾਹਿਬ ਆਏ, ਨਾ ਸਰਕਾਰ ਦੇ ਵੱਲੋਂ ਇਹ ਜਿਹਾ ਕੋਈ ਨੁਮਾਇੰਦਾ ਨਹੀਂ ਭੇਜਿਆ ਗਿਆ ਉਹਨਾਂ ਕੈਂਡੀਡੇਟ ਦਾ ਹਾਲ ਚਾਲ ਪਤਾ ਕਰਨ ਲਈ। ਇਹ ਤਾਂ ਬਹੁਤ ਵੱਡੀ ਤੇ ਇਹ ਤਾਂ ਬਈ ਬੜੀ ਅਣਮਨੁੱਖੀ ਗੱਲ ਹੈ। ਮਤਲਬ ਇਹਦਾ ਮਤਲਬ ਤੁਹਾਡੇ ਅੰਦਰ ਮਨੁੱਖਤਾ ਵਾਲੀ ਕੋਈ ਗੱਲ ਨਹੀਂ ਹੈ। ਐਡੀ ਵੱਡੀ ਘਟਨਾ ਹੋਈ, ਸਾਰੇ ਮੀਡੀਆ ਅਦਾਰਿਆਂ ਦੇ ਵਿੱਚ ਉਹ ਖਬਰ ਚੱਲੀ ਕਿ ਤਿੰਨ ਨੌਜਵਾਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਅਧਿਕਾਰੀ ਤੱਕ ਨਹੀਂ ਤੁਹਾਡਾ ਪਤਾ ਲੈਣ ਆਇਆ ਜਾਂ ਹਾਲ ਚਾਲ ਪੁੱਛਣ ਆਇਆ ਇਸ ਮਾਮਲੇ ਦੇ ਉੱਤੇ? ਨਹੀਂ ਜੀ, ਕੋਈ ਵੀ ਅਧਿਕਾਰੀ ਐਸਪੀ ਸਾਹਿਬ ਆਉਂਦੇ ਸੀਗੇ, ਉਹ ਇੱਥੇ ਮੌਕੇ ਤੇ ਆ ਕੇ ਜਾਇਜ਼ਾ ਲੈ ਕੇ ਜਾਂਦੇ ਨੇ, ਲੇਕਿਨ ਐਸਐਸਪੀ ਜਾਂ ਡੀਸੀ ਸਾਹਿਬ ਜਾਂ ਐਮਐਲਏ ਸਾਹਿਬ ਕੋਈ ਨਹੀਂ ਆਇਆ। ਤੁਸੀਂ ਦੇਖੋ ਪਹਿਲਾਂ ਵਾਲੀ ਸਰਕਾਰ ਵੇਲੇ ਜਦੋਂ ਕੋਈ ਕੁੜੀਆਂ ਟੈਂਕੀ ਚੜੀਆਂ, ਕੇਜਰੀਵਾਲ ਸਾਹਿਬ ਖੁਦ ਟੈਂਕੀ ਤੋਂ ਕੁੜੀਆਂ ਨੂੰ ਲਵਾਉਣ ਵਾਸਤੇ ਥੱਲੇ ਆਉਂਦੇ ਸੀਗੇ। ਹੁਣ ਮੌਕੇ ਦੀ ਸਰਕਾਰ ਹੋ ਗਈ, ਹੁਣ ਉਹ ਕਿੱਥੇ ਗਏ? ਉਹਨਾਂ ਦੇ 92 ਐਮਐਲਏ ਆ, 92 ਐਮਐਲਏ ਮੂੰਹ ਤੇ ਚੁੱਪੀ ਕਿਉਂ ਹੈ? ਕੋਈ ਮੁੱਦਿਆਂ ਵੱਲ ਧਿਆਨ ਨਹੀਂ ਦਿੰਦਾ, ਕੇਵਲ ਉਹਨਾਂ ਨੂੰ ਐਮਐਲਏ ਤੱਕ ਬਣਨ ਤੱਕ ਰਾਹ ਸੀਗਾ। ਹੁਣ ਅਸੀਂ 5 ਸਾਲ ਵੇਲੇ ਐਮਐਲਏ ਬਣ ਚੁੱਕੇ ਹਾਂ, ਹੁਣ ਲੋਕਾਂ ਦੇ ਮਸਲਾ ਵੱਲ ਧਿਆਨ ਨਹੀਂ ਦੇਣਾ, ਜਾਂ ਕੈਬਨਿਟ ਮੰਤਰੀ ਬਣ ਗਏ ਆ, ਲੋਕਾਂ ਦੇ ਮਸਲੇ ਵੱਲ ਕੋਈ ਨਹੀਂ ਧਿਆਨ ਦੇਣਾ। ਬਸ ਇੱਥੋਂ ਤੱਕ ਹੁਣ ਸਾਨੂੰ ਇਦਾਂ ਲੱਗਦਾ ਕਿ ਉਹ ਦੂਜੀ ਸਰਕਾਰਾਂ ਵੇਲੇ ਬਸ ਕੁਰਸੀ ਪ੍ਰਾਪਤ ਕਰਨਾ ਚਾਹੁੰਦੇ ਸੀ। ਹੁਣ 5 ਸਾਲ ਅਸੀਂ ਕਿਸੇ ਵੱਲ ਨਹੀਂ ਧਿਆਨ ਦੇਣਾ, ਭਾਵੇਂ ਲੋਕੀ ਜੋ ਮਰਜ਼ੀ ਧੱਕੇ ਖਾਣ, ਜ਼ਹਿਰੀਲੀ ਜੀਵਨ ਕਿਸੇ ਦਾ ਮੌਤ ਦੀ ਜ਼ਿੰਮੇਵਾਰ ਸਰਕਾਰ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਕਿ ਸਾਡੀ ਮੌਤ ਦਾ ਕੋਈ ਮਰਜ਼ੀ ਕੋਈ ਫਾਹ ਲੇ, ਜੇ ਮਰਜ਼ੀ ਅਸੀਂ ਕੋਈ ਜ਼ਿੰਮੇਵਾਰ ਨਹੀਂ ਹੈਗੇ। ਬੜਾ ਗੰਭੀਰ ਵਿਸ਼ਾ ਹੈ ਮੇਰੀ ਨਾ। ਹਾਂਜੀ, ਬਾਕੀ ਵੀਰੇ ਲੱਖਾ ਸਿਧਾਣਾ ਬਾਈ ਤੇ ਭਾਨਾ ਸਿੱਧੂ ਤੇ ਆਪਣਾ ਜਗਦੀਪ ਰੰਧਾਵਾ ਵੀਰ ਆ ਕੇ ਗਏ ਆ ਪਰਸੋਂ। ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ। ਹੁਣ ਵੀ ਕਹਿੰਦੇ ਵੀ ਜਿਹੜਾ ਮੁੱਦਾ ਹੋਊਗਾ, ਅਸੀਂ ਪਿੱਛੇ ਜੇ ਉਹ ਕਹਿੰਦੇ ਸੀ ਮੱਤੇਵਾੜਾ ਦੇ ਮੁੱਦੇ ਤੇ ਅਸੀਂ ਸੀਐਮ ਸਾਹਿਬ ਨੂੰ ਮਿਲੇ ਆ, ਅਸੀਂ ਕਹਿੰਦਾ ਤੁਹਾਡਾ ਮੁੱਦਾ ਉੱਥੇ ਵੀ ਠਾਇਆ ਸੀ, ਹੁਣ ਫੇਰ ਠਾਵਾਂਗੇ। ਉਹਨਾਂ ਨੇ ਇਹ ਗੱਲ ਸਾਨੂੰ ਭਰੋਸਾ ਵਧੀਆ ਦਿਵਾਇਆ। ਵਧੀਆ ਬੰਦੇ ਆ, ਇਨਸਾਨ ਚੰਗੇ, ਜਿਹੜੇ ਆਮ ਮੁੱਦੇ ਹੁੰਦੇ ਆਪਣੇ ਪੰਜਾਬ ਦੇ ਉਹ ਚੱਕਦੇ ਆ, ਤੇ ਸਾਡਾ ਮੁੱਦਾ ਵੀ ਉਹਨਾਂ ਨੇ ਚੱਕਿਆ। ਬਾਕੀ ਗੱਲ ਇਹ ਆ ਵੀ ਹੁਣ ਜਿਹੜੀ ਸਰਕਾਰ ਹੈ, ਹੁਣ ਮਾਨ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਤੁਹਾਡਾ ਹੱਲ ਕਰਾਂਗੇ, ਹੁਣ ਉਹੀ ਪਤਾ ਹੀ ਹੈ ਜੀ ਤੁਹਾਨੂੰ ਹੱਲ ਕਿਹੜੇ ਹੋਣੇ ਆ। ਇੱਕ ਬਸ ਮਿੱਠੀਆਂ ਗੋਲੀਆਂ ਚੱਲੀ ਜਾਂਦੀਆਂ ਜੀ। ਇੱਕੋ ਬਾਈ ਦਾ ਕੀ ਮਸਲਾ ਓਵਰੇਜ ਵਾਲੀ ਤੁਸੀਂ ਮੈਨੂੰ ਦੱਸ ਰਹੇ ਸੀ ਆਫ ਦਾ ਰਿਕਾਰਡ, ਤੁਸੀਂ ਅੱਗੇ ਆਓ ਭਾਜੀ। ਇਹ ਮਸਲਾ ਵੀ ਥੋੜਾ ਜਿਹਾ ਉਲਝਿਆ ਹੋਇਆ ਕਿ ਕੁਛ ਇੱਕ ਨੂੰ ਇਹ ਰੱਖ ਲਿਆ ਕਿ ਜਿਹੜੇ ਓਵਰੇਜ ਵਾਲੇ ਨੇ ਉਹਨਾਂ ਨੂੰ ਪਹਿਲਾਂ ਭਰਤੀ ਕਰ ਲਿਆ, ਤੇ ਜਿਨ੍ਹਾਂ ਦੀ ਏਜ ਮਤਲਬ ਹਜੇ ਰਹਿੰਦੀ ਸੀ ਕਿ ਹੋਰ ਭਰਤੀਆਂ ਦੇਖ ਸਕਦੇ ਹੋ, ਉਹ ਵੀ ਉੱਥੇ ਹੀ ਖੜੇ ਨੇ ਹਜੇ 6 ਮਹੀਨੇ ਤੋਂ। ਵੈਰੀਫਿਕੇਸ਼ਨ ਕਿੱਡੀ ਕੁ ਵੱਡੀ ਚੀਜ਼ ਹੈ? ਤੁਸੀਂ ਇਹ ਦੇਖੋ ਕਿ ਵੈਰੀਫਾਈ ਇੱਕ ਬੰਦਾ ਮੇਰੇ ਖਿਆਲ 'ਚ 2 ਘੰਟੇ ਦੇ ਵਿੱਚ ਲੋਕਲ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੁੰਦਾ ਕਿ ਵੈਰੀਫਿਕੇਸ਼ਨ ਕਿਵੇਂ ਹੋਣੀ ਹੈ, ਇਹਨਾਂ ਦੀ ਵੈਰੀਫਿਕੇਸ਼ਨ ਤੱਕ ਨਹੀਂ ਹੋ ਰਹੀ। ਤੁਹਾਡੇ ਵਾਲਾ ਕੀ ਮਸਲਾ ਵੀਰੇ? ਕੀ ਨਾਂ ਪਹਿਲਾਂ ਦੱਸੋ। ਮੇਰਾ ਨਾਮ ਇੰਦਰਪਾਲ ਸਿੰਘ ਹੈ ਜੀ। ਇੰਦਰਪਾਲ ਕਿੱਥੋਂ ਤੁਸੀਂ? ਮੇਰਾ ਪਿੰਡ ਹੈਗਾ ਜੀ ਫਰੀਦਕੋਟ ਜ਼ਿਲ੍ਹੇ 'ਚ ਹੈ ਜੀ। ਕੀ ਮਸਲਾ ਤੁਹਾਡਾ ਭਾਈ? ਮੇਰਾ ਮਸਲਾ ਇਹ ਹੈ ਜੀ, ਮੈਟ ਜਿਹੜੀ ਗਈ ਆ 29 ਨੰਬਰ ਤੇ ਗਈ ਆ ਡਿਸਟ੍ਰਿਕਟ ਪੁਲਿਸ ਦੀ, ਮੇਰੇ ਵੀ 29 ਨੰਬਰ ਆ ਜੀ, ਪਰ ਮੈਨੂੰ ਜੁਆਇਨ ਨਹੀਂ ਕਰਵਾਇਆ ਗਿਆ। ਕਹਿੰਦੇ ਵੀ ਤੇਰੀ ਉਦੋਂ ਉਮਰ ਛੋਟੀ ਆ। ਹੁਣ ਅਸੀਂ ਤਾਂ ਆਪ ਓਵਰੇਜ ਹੋਏ ਬੈਠੇ ਹਾਂ ਸਾਰੇ। 6 ਸਾਲ 'ਚ ਹਾਂ ਤੁਹਾਡੀ ਉਮਰ ਮਤਲਬ ਓਵਰੇਜ ਦੇ ਨੇੜੇ ਪਹੁੰਚ ਗਈ। ਹਾਂਜੀ, ਤੇ ਹੁਣ ਫਿਰ ਸਾਡਾ ਕੀ ਕਸੂਰ ਆ ਜੀ? ਉਹ 'ਚ ਜਾਂ ਤਾਂ ਉਦੋਂ ਹੀ ਸਾਨੂੰ ਦੱਸਿਆ ਹੁੰਦਾ ਵੀ ਪਹਿਲਾਂ ਵੀ ਕੱਲੀ ਏਜ ਪ੍ਰੈਫਰੈਂਸ ਦਿੱਤੀ ਜਾਊਗੀ, ਹੋਰ ਕੋਈ ਕੁਆਲੀਫਿਕੇਸ਼ਨ ਨਹੀਂ ਦੇਖੀ, ਕੁਝ ਨਹੀਂ ਦੇਖਿਆ ਜਾਣਾ, ਕੱਲੀ ਏਜ ਪ੍ਰੈਫਰੈਂਸ ਤਾਂ ਦੇਈ ਜਾਂਦੇ ਆ। ਬਟ ਫਿਰ ਜੇ ਸਾਨੂੰ ਉਹਦਾ ਫਾਇਦਾ ਹੀ ਨਹੀਂ, ਫਿਰ ਅਸੀਂ ਵੀ ਕਰ ਵੀ ਕੀ ਸਕਦੇ ਹਾਂ ਇਸ ਤੋਂ ਬਾਅਦ। ਭਾਈ ਮੈਨੂੰ ਇਹ ਦੱਸੋ ਕਿ ਜਿਵੇਂ ਆਮ ਲੋਕਾਂ 'ਚ ਗੱਲ ਚੱਲ ਪਈ, ਆਪਣੇ ਪਿੰਡਾਂ 'ਚ ਵੀ ਸਾਡੇ ਬਜ਼ੁਰਗ ਵੀ ਇਹ ਗੱਲਾਂ ਕਰਨ ਲੱਗ ਗਏ ਯਾਰ ਵੀ ਅਸੀਂ ਜਜ਼ਬਾਤੀ ਹੋ ਕੇ ਫੈਸਲਾ ਲੈ ਲਿਆ। ਕੀ ਸਰਕਾਰ ਨੂੰ ਕੋਈ ਹੋਰ ਚਲਾ ਰਿਹਾ? ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਐਮਐਲਏ ਪੰਜਾਬ ਦੀ ਸਰਕਾਰ ਨਹੀਂ ਚਲਾ ਰਹੇ, ਕੋਈ ਹੋਰ ਚਲਾ ਰਿਹਾ? ਲੱਗਦਾ ਤਾਂ ਇਸੇ ਤਰ੍ਹਾਂ ਹੀ ਹੈ ਜੀ। ਮਾਨ ਸਾਹਿਬ ਨੇ ਵਾਅਦੇ ਸਾਡੇ ਨਾਲ ਪਹਿਲਾਂ ਵੀ ਕੀਤੇ ਆ। ਇਹ ਮੁੰਡਾ ਜੀ ਪਹਿਲਾਂ ਮਿਲਿਆ ਸੀ ਭਗਵੰਤ ਮਾਨ ਨੂੰ ਵੋਟਾਂ ਤੋਂ ਪਹਿਲਾਂ 2 ਮਿੰਟ ਇਹਨਾਂ ਨਾਲ ਬੈਠਾ ਰਿਹਾ, ਇਹਨਾਂ ਨੂੰ ਭਰੋਸਾ ਦਿਵਾਇਆ। ਉਦੋਂ ਵੀ ਉਹਨਾਂ ਨੇ ਮਾਨ ਸਾਹਿਬ ਕਹਿੰਦੇ ਜਦੋਂ ਸਾਡੀ ਸਰਕਾਰ ਆ ਗਈ ਤੇ ਤੁਹਾਡਾ ਪਹਿਲੇ ਦੇ ਆਧਾਰ ਤੇ ਹੱਲ ਕਰ ਦਿਆਂਗੇ। ਉਦੋਂ ਬਾਅਦ ਉਹੀ ਮਾਨ ਸਾਹਿਬ ਹੁਣ ਪਰਾਂ ਨੂੰ ਮੂੰਹ ਕਰਕੇ ਲੰਘ ਜਾਂਦੇ ਆ, ਗੱਡੀ ਲੰਘ ਜਾਂਦੀ ਆ, ਸਾਡੇ ਤੇ ਸਿਕਿਉਰਿਟੀ ਲਾਉਣ ਤੇ। ਜੇ ਉਹਨਾਂ 'ਚ ਇਨਸਾਨੀਅਤ ਹੁੰਦੀ, ਕਮ ਸੇ ਕਮ ਸਾਨੂੰ ਰੋਕ ਕੇ ਗੱਲ ਤਾਂ ਸੁਣ ਕੇ ਜਾਣ ਸਾਡੀ। ਜੇ ਉਹਨਾਂ ਦੇ ਹੱਥ ਹੁੰਦਾ ਤਾਂ ਫਿਰ ਉਹ ਕੰਮ ਕਰਦੇ ਵੀ। ਜੇ ਉਹਨਾਂ ਦੇ ਕੰਮ ਹੱਥ 'ਚ ਹੀ ਨਹੀਂ, ਇਸਦਾ ਮਤਲਬ ਜੇ ਕੋਈ ਉੱਪਰ ਤੋਂ ਉਹਨਾਂ ਨੂੰ ਕਹੂਗਾ ਤਾਂ ਫੇਰ ਹੀ ਕੰਮ ਕਰਨਗੇ ਉਹ। ਇਸੇ ਲਈ ਸਾਡਾ ਮਸਲਾ ਨਹੀਂ ਹੱਲ ਕਰ ਰਹੀ ਉਹ। ਬਾਕੀ ਇੱਕ ਗੱਲ ਹੋਰ ਆ ਵੀਰੇ ਵੀ ਮਾਨ ਸਾਹਿਬ ਜਦੋਂ ਵੀ ਮਿਲਦੇ ਆ ਉਹ ਇਹ ਕਹਿ ਦਿੰਦੇ ਆ ਮੈਨੂੰ ਸਾਰੇ ਮੁੱਦਿਆਂ ਦਾ ਪਤਾ ਵੀ ਤੁਸੀਂ ਐਂ ਦੱਸੋ ਵੀ ਜੇ ਤੁਹਾਨੂੰ ਪਤਾ ਹੈ ਜੀ ਮਾਨ ਸਾਹਿਬ, ਅਸੀਂ ਇਹੀ ਗੱਲ ਤੁਹਾਡੇ ਥਰੂ ਮੀਡੀਆ ਰਾਹੀਂ ਕਹਿਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਪਤਾ ਹੈ ਵੀ ਤੁਸੀਂ ਹੱਲ ਕਿਉਂ ਨਹੀਂ ਕਰ ਰਹੇ? ਕਿਉਂਕਿ ਅਸੀਂ ਕੋਈ ਆਏ ਤਾਂ ਹੈ ਨਹੀਂ ਵੀ ਅਸੀਂ ਕੋਈ ਨਜਾਇਜ਼ ਹੱਕ ਮੰਗ ਰਿਹਾ, ਸਾਰੇ ਜਾਇਜ਼ ਆ। ਟ੍ਰਾਇਲ ਕੱਢਿਆ 6+ ਮੁੰਡੇ ਆ ਸਾਰੇ, ਕਿਉਂਕਿ ਜਿਹੜੇ ਮੁੰਡੇ ਭਰਤੀ ਹੋਇਆ ਉਹਨਾਂ ਦੇ ਬਰਾਬਰ ਆ ਜਿਹੜੀ ਪ੍ਰੋਪਰ ਸਾਡੀ ਮੈਰਿਟ ਹੈ।
ਸਾਰੇ 27 ਆ 28 ਆ 29 30 ਨੰਬਰ 29 ਨੰਬਰਾਂ ਵਾਲੇ ਵੇਟਿੰਗ ਦੇ ਵਿੱਚ ਆ, ਵੈਰੀਫਿਕੇਸ਼ਨ ਦੇ ਵਿੱਚ ਆ ਨੰਬਰ 28 ਵਾਲੇ ਮੁੰਡੇ, ਵੀ ਉਹਨਾਂ ਦਾ ਹੱਕ ਆ, ਉਹਨਾਂ ਨੂੰ ਦਿਓ। ਓਵਰੇਜ ਹੋਏ ਪਏ ਆ ਸਾਰੇ, ਅਸੀਂ ਹੁਣ ਜਾਈਏ ਤਾਂ ਜਾਈਏ ਕਿੱਥੇ? ਨਾ ਤਾਂ ਹੁਣ ਵੈਸੇ ਵੀ ਬਾਈ ਪੰਜਾਬ ਦੇ ਵਿੱਚ ਤਾਂ ਪੁਲਿਸ ਦੀ ਘਾਟ ਹੈ ਬਹੁਤ, ਸਾਡੀਆਂ ਅਸਾਮੀਆਂ ਬਹੁਤ ਖਾਲੀ ਪਈਆਂ ਨੇ, ਤਾਂ ਤਰਜੀਹ ਦੇ ਆਧਾਰ ਦੇ ਉੱਤੇ ਤੁਹਾਨੂੰ ਭਰਤੀ ਕਰਨਾ ਚਾਹੀਦਾ। ਬਸ ਜੀ ਗੱਲ ਉਹੀ ਆ ਵੀ ਇਹ ਹੁਣ ਸਰਕਾਰਾਂ ਜਾਣਨ, ਕਿਉਂਕਿ ਪ੍ਰਸ਼ਾਸਨ ਆਪ ਮੰਨ ਕੇ ਚਲੋ ਇਹ ਗੱਲ ਆਪ ਮੰਨਦਾ ਵੀ ਸਾਡੇ ਕੋਲ ਅਸਾਮੀਆਂ ਬਹੁਤ ਖਾਲੀ ਆ, ਸਾਡੇ ਤੇ ਲੋਡ ਬਹੁਤ ਹੈ, ਬੋਝ ਬਹੁਤ ਹੈ, ਵੀ ਥਾਣੇ ਦੇ ਵਿੱਚ ਇੰਨਾ ਕੰਮ ਆ ਵੀ ਇੱਕ ਮੁਲਾਜ਼ਮ ਨੂੰ ਕਈ ਵਾਰੀ 5-5 4-4 ਮੁਲਾਜ਼ਮ ਦਾ ਕੰਮ ਕਰਨਾ ਪੈ ਰਿਹਾ ਹੈਗਾ। ਵੀ ਉਹੀ ਆ ਵੀ ਉਹ ਆਪ ਵੀ ਹੁਣ ਮਹਿਕਮੇ ਨੂੰ ਚਾਹੀਦਾ ਵੀ ਮਾਨ ਸਾਹਿਬ ਨੂੰ ਕਹਿਣ। ਹੁਣ ਜੇ ਅਸੀਂ ਮਹਿਕਮੇ ਕੋਲ ਜਾਂਦੇ ਆ ਤਾਂ ਕਹਿੰਦੇ ਆ ਵੀ ਮਾਨ ਸਾਹਿਬ ਕਰਨਗੇ, ਜੇ ਮਾਨ ਸਾਹਿਬ ਕੋਲ ਜਾਂਦੇ ਆ ਉਹ ਕਹਿੰਦੇ ਆ ਮਹਿਕਮਾ ਕਰੂਗਾ। ਇਹ ਤਾਂ ਕੰਟਰਾਡਿਕਟਰੀ ਗੱਲ ਹੈ। ਦੇਖੋ ਮਾਨਯੋਗ ਮੁੱਖ ਮੰਤਰੀ ਦੇ ਅਧਿਕਾਰ ਦੇ ਵਿੱਚ ਸਾਰੀਆਂ ਹੀ ਨੌਕਰੀਆਂ ਆਉਂਦੀਆਂ ਨੇ, ਔਰ ਜੇਕਰ ਮੁੱਖ ਮੰਤਰੀ ਮਹਿਕਮੇ ਨੂੰ ਹੁਕਮ ਕਰਨਗੇ ਤਾਂ ਮਹਿਕਮਾ ਭੱਜ ਕੇ ਕਰੇਗਾ। ਮਤਲਬ ਇਹ ਡਬਲ ਸਟੈਂਡਰਡ ਗੱਲ ਹੈ। ਹੋਰ ਪਤਾ ਲੱਗੀ ਹੈ ਕਿ ਉੱਚ ਅਧਿਕਾਰੀ ਕਹਿ ਰਹੇ ਆ ਕਿ ਇਹ ਤੁਹਾਡਾ ਮਸਲਾ ਹੈ ਨਾ ਸੀਐਮ ਸਾਹਿਬ ਨਹੀਂ ਕਰ ਸਕਦੇ, ਸੀਐਮ ਸਾਹਿਬ ਕੋਲ ਇੰਨੀ ਪਾਵਰ ਹੀ ਨਹੀਂ ਹੈ ਕਿ ਤੁਹਾਡਾ ਮਸਲਾ ਹੱਲ ਕਰਨ। ਕਿਤੇ ਤੁਸੀਂ ਕੋਰਟ 'ਚ ਜਾਓ, ਕੋਰਟ 'ਚ ਪਹਿਲਾਂ ਹੀ 6 ਸਾਲ ਕੇਸ ਲਾਇਆ, ਕੋਰਟ ਨੇ ਉਹ ਕੇਸ ਰੱਦ ਕਰਤੇ। ਹੁਣ ਡਿਪਾਰਟਮੈਂਟ ਕਹਿੰਦਾ ਮਾਨ ਸਾਹਿਬ ਕੋਲ ਜਾਓ, ਜਿਹੜੇ ਉੱਚ ਅਧਿਕਾਰੀ ਕਹਿੰਦੇ ਆ ਵੀ ਅਦਾਲਤ ਨੇ ਕੀ ਕਿਹਾ? ਅਦਾਲਤ ਨੇ ਤੁਹਾਡਾ ਪੱਖ ਨਹੀਂ ਸੁਣਿਆ ਹੈ ਜਾਂ ਤਾਂ ਅਦਾਲਤ ਨੇ ਸਾਨੂੰ ਕਿਹਾ ਤਾਂ ਵੀ ਇਹਨਾਂ ਨੂੰ ਜੁਆਇਨਿੰਗ ਕਰਾਓ। ਅਦਾਲਤ ਨੇ ਤੁਹਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈ। ਫੈਸਲਾ ਕਰਤਾ, ਲੇਕਿਨ ਡਿਪਾਰਟਮੈਂਟ ਨੇ ਸਾਨੂੰ ਫਿਰ ਜੁਆਇਨਿੰਗ ਨਹੀਂ ਕਿਹਾ। ਬਾਅਦ ਚ ਡਿਪਾਰਟਮੈਂਟ ਕੋਲ ਗਏ, ਜਦੋਂ ਡਿਪਾਰਟਮੈਂਟ ਕਹਿ ਰਿਹਾ ਤੁਸੀਂ ਸੀਐਮ ਸਾਹਿਬ ਨਾਲ ਕੋਲ ਜਾਓ, ਸੀਐਮ ਸਾਹਿਬ ਕਰਨਗੇ। ਹੁਣ ਉੱਚ ਅਧਿਕਾਰੀ ਫੇਰ ਕਹਿ ਰਹੇ ਆ ਕਿ ਸੀਐਮ ਸਾਹਿਬ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ। ਦੇਖੋ ਪੰਜਾਬ ਦੇ ਮਾਲਕ ਹੈ ਸੀਐਮ ਸਾਹਿਬ, ਜੋ ਗ੍ਰਹਿ ਮੰਤਰਾਲੇ ਵੀ ਉਹਨਾਂ ਕੋਲੇ ਹੈ, ਤੇ ਫਿਰ ਵੀ ਕਹਿੰਦਾ ਸੀਐਮ ਸਾਹਿਬ ਕੁਝ ਨਹੀਂ ਕਰਦੇ, ਤੁਸੀਂ ਦੁਬਾਰਾ ਫਿਰ ਕੋਰਟ ਦੇ ਵਿੱਚ। ਪੁਲਿਸ ਗ੍ਰਹਿ ਮੰਤਰਾਲੇ ਦੇ ਅੰਦਰ ਹੀ ਆਉਂਦੀ ਹੈ ਪੁਲਿਸ ਸਿੱਧੇ ਤੌਰ ਦੇ ਉੱਤੇ। ਇਟ ਮੀਨਸ ਕਿ ਜੇ ਸੀਐਮ ਸਾਹਿਬ ਹੀ ਗ੍ਰਹਿ ਮੰਤਰੀ ਵੀ ਨੇ ਤਾਂ ਤੁਹਾਡਾ ਮਸਲਾ ਤਾਂ ਉਹ ਹੱਲ ਕਰ ਸਕਦੇ ਆ। ਹਾਂਜੀ, ਉਹੀ ਹੱਲ ਕਰ ਸਕਦੇ। ਹੁਣ ਡਿਪਾਰਟਮੈਂਟ ਕਹਿ ਰਿਹਾ ਸੀਐਮ ਸਾਹਿਬ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ। ਹੁਣ ਦੂਸਰੀ ਪਾਸੇ ਵੇਖੀਏ, ਦੇਖਣ ਜਾਵੇ ਅਸੀਂ 500 ਕੈਂਡੀਡੇਟ ਹੈਗੇ ਆ, ਡਿਪਾਰਟਮੈਂਟ 10,000 ਵੈਕੈਂਸੀਆਂ ਨਿਊ ਐਲਾਨ ਕਰ ਰਿਹਾ। ਹੋ ਸਕਦਾ ਹੈ ਮਹੀਨੇ ਜਾਂ 1.5 ਮਹੀਨੇ ਤੱਕ ਨਵਾਂ ਨੋਟੀਫਿਕੇਸ਼ਨ ਆ ਸਕਦਾ ਹੈ, ਲੇਕਿਨ ਅਸੀਂ 500 ਕੈਂਡੀਡੇਟ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ, ਲੇਕਿਨ ਨਵੀਂ ਭਰਤੀ ਕੱਢ ਰਹੇ ਆ ਜੀ ਉਹ। ਦੇਖੋ ਜੀ, ਇਹ ਭਰਤੀ ਸੀਗੀ +2 ਬੇਸ ਤੇ, ਠੀਕ ਹੈ। ਜਿਹੜਾ ਸਿਪਾਹੀ ਭਰਤੀ ਹੁੰਦਾ +2 ਬੇਸ ਤੇ ਹੁੰਦਾ। ਇੱਥੇ ਸਾਰੇ ਮੁੰਡੇ ਪੋਸਟ ਗ੍ਰੈਜੂਏਟ ਬੈਠੇ ਆ, ਤੇ ਅਸੀਂ ਮੰਗ ਕਿਹੜੀ ਕਰ ਰਹੇ ਆ? ਸਿਰਫ ਸਿਪਾਹੀ ਦੀ ਭਰਤੀ ਵਾਸਤੇ। ਪੋਸਟ ਗ੍ਰੈਜੂਏਟ ਕਰਕੇ ਵੀ ਸਿਪਾਹੀ ਲਈ ਤਰਸ ਰਹੇ ਆ ਅਸੀਂ। ਵੀਰੇ ਉਹੀ ਝਾਕ 'ਚ ਬੈਠੇ ਆ ਵੀ ਜਾਂ ਤਾਂ ਸਾਨੂੰ ਕੋਈ ਲਾਰਾ ਜਾਂ ਨਾ ਲਾਉਣ, ਜਾਨੂੰ ਇੱਕ ਪਾਸਾ ਕਰ ਦੇਣ ਵੀ ਹਾਂ ਤੁਹਾਡਾ ਆਹ ਮਸਲਾ ਐ ਨਹੀਂ ਹੁੰਦਾ ਜਾਂ ਹੋਊਗਾ। ਅਸੀਂ ਆਪਦੀ ਕੋਈ ਜ਼ਿੰਦਗੀ ਦਾ ਕੋਈ ਰਾਹ ਤਾਂ ਬਣਾਈਏ ਵੀ ਹਾਂ ਆਪਾਂ ਕਾਮਯਾਬ ਹੋਣਾ। ਇੱਥੇ ਬਹਿ ਕੇ ਹੁਣ ਸਾਰਾ ਦਿਨ 6 ਸਾਲ ਹੋ ਗਏ ਸਾਨੂੰ ਇਹੀ ਰੋਡਾਂ ਦੇ ਉੱਤੇ ਰੋਲਦਿਆਂ ਨੂੰ, ਸਾਡੀ ਕੋਈ ਜ਼ਿੰਦਗੀ ਦਾ ਕੋਈ ਇੱਕ ਪਾਸਾ ਹੋਏ ਨਹੀਂ ਜੀ। ਬਾਕੀ ਹੁਣ ਉੱਚ ਅਧਿਕਾਰੀ ਕਹਿੰਦੇ ਵੀ ਮਾਨ ਸਾਹਿਬ ਦੇ ਹੱਥ 'ਚ ਕੁਝ ਨਹੀਂ, ਫਿਰ ਇਸ ਹਿਸਾਬ ਤੇ ਅਸੀਂ ਐਂ ਕਹਿ ਸਕਦੇ ਹਾਂ ਦਿੱਲੀ ਤੋਂ ਸਰਕਾਰ ਚੱਲੀ ਜਾਂਦੀ, ਜੋ ਪਿੱਛੇ ਜੇ ਹੁਣ ਗੱਲਾਂ ਹੋਣ ਹੀ ਲੱਗ ਗਈਆਂ। ਸਾਰੇ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ। ਹੁਣ ਉਹੀ ਆ ਵੀ ਜਿਹੜਾ ਹੁਣ ਸੰਗਰੂਰ MP ਸੀਟ ਦੇ ਉੱਤੇ ਆਪ ਹਾਰੀ ਹੈ, ਉਹੀ ਗੱਲ ਕਰਦੇ ਕਿ ਜਿਹੜੇ ਆ ਸਾਰੇ ਕੈਂਡੀਡੇਟ ਸਾਰੇ ਪੰਜਾਬ ਤੋਂ ਆ ਜੀ, ਜਿਹੜੀਆਂ 1.5 ਸਾਲ ਬਾਅਦ MP ਇਲੈਕਸ਼ਨ ਫੇਰ ਆ ਰਹੇ ਆ। ਇਹ ਕਿਹੜਾ ਆਉਣੀ ਨਹੀਂ, ਸਰਕਾਰਾਂ ਬਦਲਦੀਆਂ ਹੀ ਰਹਿੰਦੀਆਂ। ਤੇ ਇਹ ਹੁਣ ਤੁਹਾਨੂੰ ਟ੍ਰੇਲਰ ਦਿਖਾਤਾ ਜੀ ਸੰਗਰੂਰ ਦੇ ਲੋਕਾਂ ਨੇ। ਇਦੋਂ ਬਾਅਦ ਸਾਰੇ ਪੰਜਾਬ ਦੇ ਤੇ ਸਾਰੇ ਪੰਜਾਬ 'ਚ ਵਿਰੋਧ ਹੋਊਗਾ MP ਇਲੈਕਸ਼ਨ 'ਚ, ਵੀ ਇਹ ਜਿਹੜੇ ਵਾਅਦੇ ਕਰਕੇ ਵੋਟਾਂ ਤੋਂ ਪਹਿਲਾਂ ਮੁੱਕ ਰਿਹਾ, ਤੇ ਇਹਨਾਂ ਨੂੰ ਹੁਣ ਆਪਾਂ ਚਮਤਕਾਰ ਦਿਖਾਉਣੇ ਆ। ਬਹੁਤ ਗੰਭੀਰ ਮਸਲਾ ਹੈ। ਨੌਜਵਾਨ ਖੁਦਕੁਸ਼ੀ ਨਾ ਕਰਨ ਜਾਂ ਵਿਦੇਸ਼ਾਂ ਨੂੰ ਨਾ ਜਾਣ ਤਾਂ ਕਰਨ ਕੀ? ਤੁਸੀਂ ਆਪਣੇ ਦੁਆਰਾ ਕੀਤੇ ਹੋਏ ਵਾਅਦੇ, ਜਿਨ੍ਹਾਂ ਨੂੰ ਗਰੰਟੀਆਂ ਕਿਹਾ ਤੁਸੀਂ ਆਪਣੀਆਂ ਗਰੰਟੀਆਂ ਤੋਂ ਹੀ ਮਤਲਬ ਮੁੱਖ ਮੋੜ ਰਹੇ ਹੋ। ਜਿਹੜੇ ਦੋਸਤਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰ ਸੋਚ ਉੱਥੇ ਕਿਉਂ ਚਲੀ ਗਈ ਕਿ ਆਪਣੀ ਜ਼ਿੰਦਗੀ ਹੀ ਖਤਮ ਕਰ ਲਈਏ। ਇੱਕ ਨਾ ਹੋਰ ਸੀਗਾ ਜੀ, ਜਿਵੇਂ ਹੁਣ ਇਹਨਾਂ ਨੇ ਕੋਰਟ ਨੇ 5 ਸਾਲਾਂ ਤੋਂ ਜਿਨ੍ਹਾਂ ਦੇ ਹਾਈਟ ਘੱਟ ਲੱਗੀ ਸੀ ਉਹਨਾਂ ਦੇ ਮੁੰਡਿਆਂ ਦੇ 246 ਵੈਕੈਂਸੀਆਂ ਪਾਸ ਕਰਦੇ, ਉਹਨੂੰ ਜੁਆਇਨਿੰਗ ਲੈਟਰ ਦਿਵਾਉਣ ਲਈ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ ਹਾਈ ਕੋਰਟ ਨੇ ਵੀ ਇਹਨਾਂ ਨੂੰ ਜੁਆਇਨ ਕਰਵਾਓ। ਉਹ 246 ਦੇ ਵਿੱਚੋਂ 113 ਐਕਸ ਸਰਵਿਸਮੈਨ ਹੈ, ਠੀਕ ਹੈ ਜੀ। ਐਕਸ ਸਰਵਿਸਮੈਨ ਆ, ਉਹਨਾਂ ਨੇ ਲਿਖ ਕੇ ਦਿੱਤਾ ਵੀ ਟੋਟਲ 118 ਬੰਦੇ ਜੁਆਇਨ ਨਹੀਂ ਕਰ ਰਹੇ। ਉਹਨਾਂ ਦੇ ਥਾਂ ਤੇ ਫਿਰ ਸਾਨੂੰ ਵੇਟਿੰਗ ਤੇ ਵੈਰੀਫਿਕੇਸ਼ਨ ਨੂੰ ਐਡਜਸਟ ਕਿਉਂ ਨਹੀਂ ਕੀਤਾ ਜਾਂਦਾ ਜੀ? ਕਿਉਂਕਿ 118 ਜੁਆਇਨ ਨਹੀਂ ਕਰਨੇ ਤਾਂ ਤੁਹਾਡੇ ਵਿੱਚੋਂ 118 ਤਾਂ ਜਾ ਸਕਦੇ ਆ ਨਾ। ਅਸੀਂ ਜਾ ਸਕਦੇ ਆ। ਅੱਛਾ 200 ਸਾਡੀ ਪੋਸਟ ਆ ਜਿਹੜੀ ਉਹ 2011 ਨੂੰ ਦਿੱਤੀ ਸੀ ਇਹਨਾਂ ਨੇ, ਤੇ ਉਹ ਵੀ ਸਾਡੀ ਪੋਸਟ ਪਈ ਆ ਰਾਖਵੀਂ ਆ ਜੀ। ਸਾਡੀ ਘੱਟੋ ਘੱਟ 350 ਪੋਸਟ ਪਈ ਹੈ। 350 ਪੋਸਟ ਤੇ ਸਾਨੂੰ ਕਿਉਂ ਨਹੀਂ ਐਡਜਸਟ ਕਰਦੇ? ਧਰਨੇ ਵਾਲੇ ਮੰਗ ਕਰਦੇ, ਜਿੰਨੇ ਵੀ ਧਰਨੇ ਤੇ ਅਸੀਂ ਤਾਂ 200, 250, 300 ਜਿੰਨਾ ਵੀ ਸਾਨੂੰ ਐਡਜਸਟ ਕਰਨ। ਟੋਟਲ ਉਦੋਂ ਜੇ ਮਾਨ ਸਾਹਿਬ ਨੇ ਇਹ ਵੀ ਗੱਲ ਆਖੀ ਹੈ ਵੀ ਮੈਂ 500 ਬੰਦਾ ਮਾਰਕ ਕੀਤਾ, ਫਿਰ ਉਹ ਵੀ ਸਾਨੂੰ ਤਾਂ ਕੋਈ ਆਊਟਪੁੱਟ ਆਈ ਨਹੀਂ ਜੀ ਉਧਰੋਂ ਹੈੱਡਕੁਆਟਰ ਵੱਲੋਂ। ਉੱਥੇ ਕਹਿੰਦੇ ਉਹ ਵੀ ਕਹਿੰਦੇ ਆ ਮਾਨ ਸਾਹਿਬ ਕਰਨਗੇ, ਮਾਨ ਸਾਹਿਬ ਕਹਿੰਦੇ ਹੈੱਡਕੁਆਟਰ ਕਰੂਗਾ। ਗੰਭੀਰ ਆ ਮਸਲਾ। ਆਓ ਉਹ ਦੋਸਤ ਨਾਲ ਗੱਲ ਕਰਦੇ ਆ। ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਸਾਥੀ ਇੱਥੇ ਮੌਜੂਦ ਆ, ਬਾਕੀ 2 ਆਪਣੇ ਘਰੇ ਗਏ ਹੋਏ ਨੇ। ਉਹਨਾਂ ਨਾਲ ਗੱਲ ਕਰਦੇ ਆ ਕਿ ਯਾਰ ਇੱਥੋਂ ਤੱਕ ਨੌਬਤ ਕਿਉਂ ਆਈ? ਕੀ ਸਰਕਾਰ ਤੋਂ 3 ਮਹੀਨੇ ਦੇ ਵਿੱਚ ਹੀ ਭਰੋਸਾ ਤੇ ਆਸਾਂ ਖਤਮ ਹੋ ਗਈਆਂ ਕਿ ਇਹ ਲੱਗਿਆ ਕਿ ਜੇ ਧਰਨੇ ਨਾ ਮੁੱਕੇ ਤਾਂ ਜ਼ਿੰਦਗੀ ਹੀ ਮੁਕਾ ਲਈਏ ਆਪਾਂ? ਉਹ ਸੱਜਣ ਨਾਲ ਗੱਲ ਕਰਦੇ ਆ।
ਥੋੜਾ ਜਿਹਾ ਸਾਈਡ ਦਿਓ ਭਾਜੀ। ਕੀ ਨਾਮ ਬਾਈ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਜਸਵਿੰਦਰ, ਕਿੱਥੋਂ, ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ? ਬੀਲਾ ਪਿੰਡ ਆ, ਜ਼ਿਲ੍ਹਾ ਬਰਨਾਲਾ। ਜਸਵਿੰਦਰ, ਇਹ ਨੌਬਤ ਕਿਉਂ ਆਈ? ਤੁਹਾਨੂੰ ਇਹ ਕਿਉਂ ਲੱਗਿਆ ਵੀ ਯਾਰ ਸ਼ਾਇਦ ਮਰ ਕੇ ਮਸਲੇ ਦਾ ਹੱਲ ਹੋ ਜੂ? ਦੇਖੋ ਬਾਈ ਜੀ, 6 ਸਾਲਾਂ ਤੋਂ ਅਸੀਂ ਲਾਰੇ ਤੇ ਲਾਰਾ ਸੁਣ ਰਹੇ ਹਾਂ, ਤੇ ਸਾਨੂੰ ਇੱਕੋ ਇੱਕ ਉਮੀਦ ਸੀਗੀ, ਜੋ ਸੀਐਮ ਸਾਹਿਬ ਤੋਂ ਸਾਨੂੰ ਇੱਕੋ ਇੱਕ ਉਮੀਦ ਸੀਗੀ, ਉਹ ਵੀ ਹੁਣ ਸਾਨੂੰ ਲਾਰੇ ਤੇ ਲਾਰੇ ਲਾ ਰਹੇ ਆ, ਤੇ ਇਸ ਤੋਂ ਬਾਅਦ ਤਾਂ ਕੋਈ ਹੱਲ ਹੀ ਹੈ ਨਹੀਂ ਸਾਡਾ ਕੋਈ। ਕਿਉਂਕਿ ਸਾਡੇ ਘਰਾਂ ਦੇ ਇਹੋ ਜਿਹੇ ਹਾਲਾਤ ਆ, ਸਾਡੇ ਘਰਾਂ 'ਚ ਮਸਾਂ ਰੋਟੀ ਪੱਕਦੀ ਹੈ, ਇੱਕ ਟਾਈਮ ਦੀ ਰੋਟੀ ਪੱਕਦੀ ਆ, ਉਹ ਵੀ ਦਿਹਾੜੀ ਲਾ ਕੇ। ਇੰਨੇ ਕੁ ਬੁਰੇ ਹਾਲਾਤ ਆ, ਤੇ ਹੁਣ ਕੁਝ ਦੱਸ ਨਹੀਂ ਸਕਦੇ, ਜਾਣੀ ਕਿ ਬਸ ਇਸ ਤੋਂ ਬਾਅਦ 'ਚ ਕੁਝ ਹੈ ਹੀ ਨਹੀਂ ਸੀ, ਤਾਂ ਕਰਕੇ ਸਾਨੂੰ ਆਹ ਸਟੈਪ ਚੱਕਣਾ ਪਿਆ। ਸੀਐਮ ਸਾਹਿਬ ਜ਼ਰੂਰ ਸੁਣੋ, ਇਹਨਾਂ ਦਾ ਦਰਦ ਸੁਣੋ। ਦਿਹਾੜੀਆਂ ਲਾ ਕੇ ਫਿਰ ਮਿਹਨਤਾਂ ਕੀਤੀਆਂ ਮੁੰਡਿਆਂ ਨੇ। ਫਿਜ਼ੀਕਲ ਟੈਸਟ ਕੱਢਣਾ ਕੋਈ ਸੌਖਾ ਕੰਮ ਨਹੀਂ ਹੈ। ਪਤਾ ਨਹੀਂ ਕਿੰਨੀ ਪ੍ਰੈਕਟਿਸ ਕੀਤੀ ਹੋਣੀ ਹੈ। ਤੁਸੀਂ ਅਕਸਰ ਆਪਣੀਆਂ ਸਪੀਚਾਂ ਦੇ ਵਿੱਚ ਕਹਿੰਦੇ ਹੋ ਕਿ ਜਿਹੜੇ ਹੈਲੀਕਾਪਟਰ ਦੇ ਰਾਹੀਂ ਨਿਕਲ ਜਾਂਦੇ ਆ ਉੱਪਰ ਦੀ, ਉਹਨਾਂ ਨੂੰ ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਦਾ ਨਹੀਂ ਪਤਾ ਹੁੰਦਾ। ਚਲੋ, ਤੁਸੀਂ ਹੈਲੀਕਾਪਟਰ ਦੀ ਵਰਤੋਂ ਕਰੋ ਜਾਂ ਨਾ ਕਰੋ, ਇਹ ਸਾਡਾ ਮਸਲਾ ਨਹੀਂ ਹੈ। ਮਸਲਾ ਇਹ ਹੈ ਕਿ ਇਹਨਾਂ ਦੇ ਦਰਦ ਨੂੰ ਸਮਝੋ। ਪਾਣੀ ਦੇ ਨਾਲ ਰੋਟੀਆਂ ਖਾ ਕੇ, ਪਾਣੀ ਦੇ ਨਾਲ ਰੋਟੀਆਂ ਚੱਬ ਕੇ, ਫਿਰ ਇਹਨਾਂ ਨੇ ਪ੍ਰੈਕਟਿਸਾਂ ਕਰਕੇ ਤਾਂ ਟੈਸਟ ਕੁਆਲੀਫਾਈ ਕੀਤੇ ਹੋਏ ਹੈ। ਇਹ ਨੌਕਰੀ ਦੇ ਲਈ ਬਿਲਕੁਲ ਐਲੀਜੀਬਲ ਨੇ। ਫਿਰ ਵੀ ਇਹਨੂੰ ਇਹ ਸੋਚਣਾ ਪਿਆ ਵੀ ਯਾਰ ਇਸ ਤੋਂ ਬਾਅਦ ਤਾਂ ਮਰਨਾ ਹੀ ਹੱਲ ਹੈ। ਹੋਰ ਕੀ ਕਹਿਣਾ ਜਸਵਿੰਦਰ? ਸਾਨੂੰ ਅੱਜ ਉਮੀਦ ਸੀਗੀ, ਸਾਨੂੰ ਐਸਪੀ ਚੀਮਾ ਸਾਹਿਬ ਨੇ ਬੁਲਾਇਆ ਸੀਗਾ, ਸਾਨੂੰ ਇੱਕ ਉਮੀਦ ਸੀ ਵੀ ਚਲੋ ਕੋਈ ਨਾ ਕੋਈ ਤਾਂ ਹੱਲ ਨਿਕਲਿਆ ਹੋਊਗਾ। ਅੱਜ ਸਾਨੂੰ ਐਸਪੀ ਚੀਮਾ ਸਾਹਿਬ ਕਹਿੰਦੇ ਆ ਧਰਨਾ ਚੱਕ ਲਓ, ਤੁਹਾਡਾ ਕੋਈ ਹੱਲ ਹੀ ਹੈ ਨਹੀਂ। ਅੱਛਾ, ਉਹਨਾਂ ਨੇ ਆਪਣੇ ਵੱਲੋਂ ਸਾਫ਼ ਜਵਾਬ ਦੇਤਾ। ਉਹਨਾਂ ਨੇ ਕਹਿੰਦੇ ਵੀ ਤੁਹਾਡਾ ਸੀਐਮ ਹੱਲ ਹੀ ਨਹੀਂ ਕਰ ਸਕਦਾ। ਸੀਐਮ ਤਾਂ ਸਭ ਤੋਂ ਵੱਡੀ ਅਥਾਰਟੀ ਹੈ ਪੰਜਾਬ ਦੀ। ਕਹਿੰਦੇ ਉਹਨਾਂ ਕੋਲੇ ਕੋਈ ਕਹਿੰਦੇ ਵੀ ਉਹਨਾਂ ਕੋਲੇ ਕੋਈ ਪ੍ਰੋਟੋਕੋਲ ਹੀ ਹੈ ਨਹੀਂ ਵੀ ਜਿਹੜਾ ਤੁਹਾਡਾ ਹੱਲ ਕਰ ਦੇ। ਤੁਸੀਂ ਆਪਦਾ ਧਰਨਾ ਚੱਕ ਲਓ, ਤੁਹਾਡਾ ਕੋਈ ਹੱਲ ਨਹੀਂ ਹੈਗਾ, ਜਾਂ ਕੋਰਟ ਕੇਸ ਲਾ ਲਓ। ਨਹੀਂ, ਜਿਹੜਾ ਪਹਿਲਾਂ ਕੋਰਟ ਕੇਸ ਜਿੱਤਿਆ ਹੋਇਆ ਔਰ ਅਦਾਲਤ ਨੇ ਕਿਹਾ ਹੋਇਆ ਮਹਿਕਮੇ ਨੂੰ ਕਿ ਇਹਨਾਂ ਨੂੰ ਜੁਆਇਨਿੰਗ ਕਰਾਓ। ਹੁਣ ਇਹ ਤਾਂ ਹੁਣ ਇਹਨਾਂ ਨੇ ਕਿਹਾ ਵੀ ਹਾਂ ਕੋਰਟ ਕੇਸ ਲਾ ਲਓ, 5 ਸਾਲ ਤੁਸੀਂ ਕੋਰਟ 'ਚ ਗਾਲ ਦਿਓ, ਉਦੋਂ ਬਾਅਦ 'ਚ ਸਰਕਾਰ ਲੰਘ ਗਈ ਨੇ, ਉਦੋਂ ਬਾਅਦ 'ਚ ਫਿਰ ਦੇ ਇੱਥੇ ਆ ਜਾਓ ਸਾਡੇ ਕੋਲੇ। ਤੁਹਾਡਾ ਤਾਂ ਕੋਈ ਹੱਲ ਹੀ ਹੈ ਨਹੀਂ, ਕਿਉਂਕਿ ਉਮਰਾਂ ਤਾਂ ਸਾਡੀਆਂ ਪਹਿਲਾਂ ਲੰਘ ਚੁੱਕੀਆਂ। ਜਦੋਂ ਭਰਤੀ ਹੋਏ ਸੀ ਉਦੋਂ ਤੁਸੀਂ ਪ੍ਰੋਪਰ ਐਲੀਜੀਬਲ ਸੀ ਉਮਰਾਂ ਦੇ ਵਿੱਚ? ਬਿਲਕੁਲ ਪੂਰੇ ਪ੍ਰੋਪਰ ਐਲੀਜੀਬਲ ਸੀ, ਤਾਈਓ ਤਾਂ ਅਸੀਂ ਅੱਜ ਫਿਰ ਸਾਨੂੰ ਕੀ ਲੋੜ ਸੀ ਇੱਥੇ ਬੈਠਣ ਦੀ? ਜਿਨ੍ਹਾਂ ਨੂੰ ਨਹੀਂ ਲੋੜ ਉਹ ਘਰੇ ਬੈਠੇ ਆ, ਜਿਨ੍ਹਾਂ ਨੂੰ ਲੋੜ ਆ ਉਹੀ ਇੱਥੇ ਧਰਨੇ ਤੇ ਆ ਰਹੇ ਆ। ਹੁਣ ਲਗਭਗ ਸਾਨੂੰ ਆਹ ਸੰਗਰੂਰ ਦੇ ਵਿੱਚ 3 ਮਹੀਨੇ ਹੋ ਗਏ। ਜੇ ਜ਼ਰੂਰਤ ਆ ਤਾਈਓ ਅਸੀਂ ਧਰਨੇ ਤੇ ਬੈਠੇ, ਨਹੀਂ ਸਾਨੂੰ ਕੀ ਲੋੜ ਆ, ਅਸੀਂ ਘਰੇ ਵੀ ਆਪਦੀ ਰੋਟੀ ਪਕਾ ਸਕਦੇ ਆ, ਦਿਹਾੜੀ ਤਾਂ ਲਾਈ ਸਕਦੇ ਆ, ਇੰਨੇ ਕੁ ਤਾਂ ਹੈਗੇ ਆ। ਘੱਟੋ ਘੱਟ ਕੁਝ ਕਲੀਅਰ ਤਾਂ ਕਰਨ। ਹਾਂ, ਕਿਉਂਕਿ ਸਾਨੂੰ ਕੋਈ ਕਲੀਅਰ ਵੀ ਨਹੀਂ ਕਰਦੇ ਪਏ, ਕਿਉਂਕਿ ਆਹੀ ਤਾਈਓ ਸਾਡੇ ਕੋਲ ਇੱਕੋ ਇੱਕ ਰਾਹ ਸੀਗਾ। ਅਸੀਂ ਤਾਈਓ ਸੁਸਾਈਡ ਕਰਨ ਦਾ ਕੋਸ਼ਿਸ਼ ਕੀਤੀ, ਉਹਦਾ ਚਲੋ ਸਾਡੇ ਨਾਲ ਦੇ ਸਾਥੀਆਂ ਨੇ ਜਾਣੀ ਕਿ ਪਤਾ ਨਹੀਂ ਵਾਹਿਗੁਰੂ ਨੇ ਕਿਰਪਾ ਕਰਤੀ, ਬਸ ਜਾਣੀ ਕਿ ਰੱਖ ਲਿਆ। ਬਈ ਲੱਗਦਾ ਸੀ ਵੀ ਜੇ ਇੱਕ ਦੀ ਜਾਨ ਚਲੀ ਜਾਂਦੀ ਤਿੰਨਾਂ ਦੇ ਵਿੱਚੋਂ, ਫਿਰ ਇਹ ਮਸਲਾ ਸ਼ਾਇਦ ਜਲਦੀ ਹੱਲ ਹੋ ਜਾਂਦਾ। ਮੁਸ਼ਕਲ ਹੈ, ਕਿਉਂਕਿ ਹਜੇ ਤੱਕ ਕਿਸੇ ਨੇ ਸਾਰ ਨਹੀਂ ਲਈ, ਕਿਸੇ ਨੇ ਸਾਰ ਨਹੀਂ ਲਈ। ਜੇ ਜਾਨ ਵੀ ਚਲੀ ਜਾਂਦੀ, ਇਹਨਾਂ ਨੂੰ ਕੋਈ ਕਿਸੇ ਦਾ ਕੋਈ ਆਸਾਨ ਨਹੀਂ, ਇਹਨਾਂ ਰਾਜਨੀਤਿਕ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਨਹੀਂ ਪੈਂਦਾ ਵੀਰ, ਤਾਈਓ ਅਸੀਂ ਆਪ ਦੇਖਦੇ ਹਾਂ ਵੀ ਹੁਣ ਕੋਈ ਫਰਕ ਨਹੀਂ ਇਹਨਾਂ ਨੂੰ। ਪਤਾ ਲੈਣ ਆਇਆ ਕੋਈ? ਬਈ ਪਤਾ ਲੈਣ ਆਇਆ ਵੀ ਯਾਰ ਤੁਸੀਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ, ਵੀ ਘੱਟੋ ਘੱਟ ਹਾਲ ਚਾਲ ਮਨੁੱਖਤਾ ਦੇ ਆਧਾਰ ਤੇ ਕਰ ਲਈ ਪਤਾ? ਮਨੁੱਖਤਾ ਦੇ ਆਧਾਰ ਤੇ ਸਾਡੇ ਕੋਲ ਲੱਖਾ ਵੀਰ ਆਇਆ ਸੀਗਾ, ਲੱਖਾ ਵੀਰ ਤੇ ਭਾਨਾ ਸਿੱਧੂ, ਉਹ ਆਏ ਆ ਵੀਰ, ਉਹਨਾਂ ਦਾ ਅਸੀਂ ਬੜਾ ਧੰਨਵਾਦ। ਕੋਈ ਸਰਕਾਰੀ ਅਧਿਕਾਰੀ ਜਾਂ ਤੁਹਾਡੀ ਐਮਐਲਏ? ਮੈਂ ਕਹਿਣਾ ਕੋਈ ਐਮਪੀ ਐਮਐਲਏ ਕੋਈ ਹਜੇ ਤੱਕ ਕੋਈ ਸਾਡੇ ਕੋਲ ਸਾਰ ਲੈਣ ਨਹੀਂ ਆਇਆ ਵੀ ਤੁਸੀਂ ਹੈਗੇ ਹੋ ਜਾਂ ਮਰ ਗਏ। ਇਹੀ ਉਹ ਜਾਮਣ ਦਾ ਰੁੱਖ ਹੈ, ਦਰਖਤ ਹੈ, ਜਿਸ ਦੇ ਉੱਤੇ ਗੁਰਦੀਪ ਸਿੰਘ ਨੇ 2 ਦਿਨ ਪਹਿਲਾਂ ਕੋਸ਼ਿਸ਼ ਕੀਤੀ ਕਿ ਫਾਹਾ ਲੈ ਕੇ ਉਹ ਆਪਣੀ ਜ਼ਿੰਦਗੀ ਖਤਮ ਕਰ ਦੇ। ਜਗਸੀਰ ਹੋਰੀ ਨੇ ਬਾਈ ਹੋਰਾਂ ਤੋਂ ਪੁੱਛਦੇ, ਜਗਸੀਰ ਕੀ ਘਟਨਾ ਬਣੀ ਸੀ ਉਦੋਂ? ਤੁਸੀਂ ਉੱਥੇ ਬੈਠੇ ਹੋ, ਇੱਧਰ ਕਿਵੇਂ ਆ ਗਿਆ ਸੀ ਭੱਜ ਕੇ? ਕੀ ਗੱਲ ਹੋਈ ਸੀ? ਉਹ ਤਾਂ ਜੀ ਹੁਣ ਜਦੋਂ ਬੰਦੇ ਦੇ ਮਨ ਦਾ ਪਤਾ ਨਹੀਂ ਹੁੰਦਾ ਜੀ, ਕੀ ਮੰਨ ਕੇ ਚਲੋ ਉਭਰ ਆਉਂਦਾਗਾ ਮਨ ਦੇ ਵਿੱਚ ਖਿਆਲ, ਉਹ ਇੱਕ ਮੰਨ ਕੇ ਜਾ ਉੱਥੋਂ ਇੱਧਰ ਨੂੰ ਆ ਗਏ। ਜਦੋਂ ਇੱਧਰ ਨੂੰ ਆ ਗਏ ਤੇ ਅਸੀਂ ਪਿੱਛੇ ਮੁੰਡੇ ਹੋਰ 2-3 ਉਹਦੇ ਨਾਲ ਵੇਖਣ ਆਏ। ਜਦੋਂ ਪਿੱਛੇ ਵੇਖਣਾ ਤੇ ਉਹ ਇੱਥੇ ਆ ਕੇ ਆਪਦਾ ਸੁਸਾਈਡ ਕਰਨ ਲਈ ਫਾਹਾ ਲੈ ਰਿਹਾ ਸੀਗਾ ਜੀ। ਜਦੋਂ ਉਹਨਾਂ ਨੇ ਆ ਕੇ ਭੱਜ ਕੇ ਲਾਇਆ ਤੇ ਉਸ ਤੋਂ ਬਾਅਦ ਉਹ ਲਾਉਣ ਲੱਗੇ ਤੇ ਉਦੋਂ ਬਾਅਦ ਫਿਰ ਭੱਜ ਕੇ ਉਹ ਟਰਾਂਸਫਾਰਮ ਤੇ ਗਏ। ਜਦੋਂ ਉਤਾਰ ਲਿਆ ਉਦੋਂ ਬਾਅਦ ਉਹਨੂੰ ਇਹ ਹੈਗਾ ਇੱਥੋਂ ਤਾਂ ਮੈਨੂੰ ਬਚਾ ਲਿਆ, ਭੱਜ ਕੇ। ਵੀ ਮੈਂ ਆਪਦਾ ਹਾਂਜੀ ਉਹ ਦੇਖੋ, ਮੈਂ ਤੁਹਾਨੂੰ ਦਿਖਾਵਾਂ ਦੋਸਤੋ, ਉਹ ਟਰਾਂਸਫਾਰਮਰ ਹੈ ਗੁਰਦੀਪ। ਹਾਂਜੀ, ਇਹ ਮੋਟਰ ਦਾ ਟਰਾਂਸਫਾਰਮ ਹੈ ਜੀ, ਆਹ ਮੋਟਰ ਹੈ ਇਹ, ਉਹਦਾ ਟਰਾਂਸਫਾਰਮ ਆ। ਉਹਨਾਂ ਨੂੰ ਕੁਦਰਤੀ ਲਾਈਟ ਹੈ ਨਹੀਂ ਸੀ, ਪਰਮਾਤਮਾ ਦੀ ਵਧੀਆ ਆਪਾਂ ਕਹਿੰਦੇ ਆ ਮਾਲਕ ਨੇ ਸੁਣੀ ਵੀ ਲਾਈਟ ਹੈ ਨਹੀਂ ਸੀ, ਨਹੀਂ ਉਹ ਸੁਸਾਈਡ ਹੋ ਜਾਣਿਆ ਸੀਗਾ ਜੀ।
ਇੱਕ ਜਾਨ ਬਚੀ ਹੈ ਜੀ ਬਸ ਬੰਦੇ ਦੀ। ਮੈਂ ਨਾ ਇੱਕ ਹੋਰ ਦੱਸ ਦਿਆਂ ਇਧਰ ਹਰਪਾਲ ਨੂੰ ਮੈਂ ਕਹਾਂਗਾ ਕਿ ਹਰਪਾਲ ਜੀ ਦਿਖਾ ਦੇਣ ਇੱਥੇ ਨਾ ਹੁਣ ਮੁਲਾਜ਼ਮ ਬਿਠਾਤੇ ਆ। ਇਹ ਨੌਬਤ ਹੀ ਕਿਉਂ ਆਈ ਕਿ ਤੁਹਾਨੂੰ ਚੱਪੇ ਚੱਪੇ ਦੇ ਉੱਤੇ ਤੁਸੀਂ ਮੁਲਾਜ਼ਮ ਕਿਵੇਂ ਬਿਠਾ ਸਕਦੇ ਹੋ? ਕਿਵੇਂ ਤੁਸੀਂ ਇਹਨਾਂ ਨੂੰ ਵਾਰ-ਵਾਰ ਰੋਕੋਗੇ ਕਿ ਇਹ ਹੱਕ ਮੰਗਦੇ ਲੋਕ ਜਿਹੜੇ ਆ ਜਦੋਂ ਇਹ ਪੂਰੀ ਤਰ੍ਹਾਂ ਨਿਰਾਸ਼ਤਾ ਦੇ ਵਿੱਚ ਪੈ ਜਾਂਦੇ ਤਾਂ ਫਿਰ ਉਸੇ ਨਿਰਾਸ਼ਤਾ ਦੇ ਵਿੱਚੋਂ ਸੁਸਾਈਡ ਅਟੈਂਪਟ ਵਰਗੀਆਂ ਜਿਹੜੀਆਂ ਨੇ ਇਹ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਨੇ ਜਾਂ ਉਹ ਨੌਬਤ ਆਉਂਦੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਉਹ ਸਮਾਪਤ ਕਰ ਲਓ। ਇਸ ਰੁੱਖ ਜਾਮਣ ਦੇ ਰੁੱਖ ਉੱਤੇ ਪਹਿਲਾਂ ਉਸਨੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ, ਜਦੋਂ ਸਾਥੀਆਂ ਨੇ ਬਚਾ ਲਿਆ ਹੇਠਾਂ ਉਤਾਰ ਲਿਆ ਉਦੋਂ ਭੱਜ ਕੇ ਜਾ ਕੇ ਉਸ ਟਰਾਂਸਫਾਰਮਰ ਦੇ ਤਾਰਾਂ ਨੂੰ ਹੱਥ ਪਾਇਆ ਔਰ ਕੁਦਰਤੀ ਕਿਉਂਕਿ ਇਹ ਖੇਤਾਂ ਵਾਲਾ ਟਰਾਂਸਫਾਰਮਰ ਹੈ, ਮੋਟਰਾਂ ਵਾਲਾ ਟਰਾਂਸਫਾਰਮਰ ਹੈ, ਕੁਦਰਤੀ ਕਹਿੰਦੇ ਉਸ ਵਕਤ ਲਾਈਟ ਹੀ ਹੈ ਨਹੀਂ ਸੀ, ਨਹੀਂ ਤਾਂ ਗੁਰਦੀਪ ਇਸ ਵਕਤ ਸ਼ਾਇਦ ਇਸ ਦੁਨੀਆ ਦੇ ਉੱਤੇ ਨਾ ਹੁੰਦਾ। ਇੱਥੋਂ ਚੁਣੇ ਨਵੇਂ ਐਮਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਅੱਜ ਸਹੁੰ ਚੁੱਕ ਲਈ ਹੈ, ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਨੌਜਵਾਨਾਂ ਦੀ ਸਾਰ ਲਓ। ਇਹ ਤੁਹਾਡੇ ਲੋਕ ਸਭਾ ਹਲਕੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਰਿਹਾਇਸ਼ ਦੇ ਬਾਹਰ ਬੈਠੇ ਨੇ। ਇੱਕ ਪਾਸੇ ਬਿਜਲੀ ਬੋਰਡ ਵਾਲੇ ਮੁੰਡੇ ਬੈਠੇ ਨੇ, ITI ਪਾਸ ਵਾਲੇ, ਇਹ ਪੰਜਾਬ ਪੁਲਿਸ ਵਾਲੇ ਬੈਠੇ ਆ 2016-17 ਦੀਆਂ ਭਰਤੀਆਂ। ਉਧਰ ਸਾਡੀਆਂ ਕੁੜੀਆਂ ਬੈਠੀਆਂ ਨੇ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਆਪਣੀ ਜਾਨ ਤਲੀ ਤੇ ਧਰ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਬਹੁਤ ਅਹਿਮ ਤੇ ਗੰਭੀਰ ਮਸਲੇ ਨੇ। ਉਧਰ ਸਾਡੀਆਂ ਪੰਜਾਬ ਪੁਲਿਸ ਦੇ ਵਿੱਚ ਐਲੀਜੀਬਲ ਹੋਈਆਂ ਉਸੇ ਭਰਤੀ ਦੀਆਂ ਕੁੜੀਆਂ ਬੈਠੀਆਂ ਨੇ। ਆਓ ਉਹਨਾਂ ਕੁੜੀਆਂ ਨਾਲ ਵੀ ਗੱਲ ਕਰਦੇ ਹਾਂ, ਉਹਨਾਂ ਦੇ ਘਰਾਂ ਦੇ ਹਾਲਾਤ ਕੀ ਨੇ, ਮਸਲੇ ਕਿੱਥੇ ਤੇ ਕਿਉਂ ਕਿਵੇਂ ਉਲਝੇ ਹੋਏ ਹੈ, ਇਹਨਾਂ ਬੱਚਿਆਂ ਨੂੰ ਕੀ ਉਮੀਦਾਂ ਸੀ ਨਵੀਂ ਬਣੀ ਸਰਕਾਰ ਤੋਂ ਤੇ ਨਵੀਂ ਬਣੀ ਸਰਕਾਰ ਇਹਨਾਂ ਦੀਆਂ ਉਮੀਦਾਂ ਤੇ ਕਿੱਥੇ ਜੇ ਖਰੀ ਉਤਰੀ ਹੈ। ਕੀ ਨਾਂ ਰਾਜੇ ਤੁਹਾਡਾ? ਮਨਜੀਤ ਕਿੱਥੋਂ ਆਉਂਦੇ ਰਹਿਣ ਵਾਲੇ ਤੁਸੀਂ? ਫਿਰੋਜ਼ਪੁਰ ਦੇ ਜੀ। ਮਨਜੀਤ ਕੀ ਉਮੀਦਾਂ ਸੀ ਜਦੋਂ ਦੇਖੋ ਤੁਸੀਂ ਨੌਜਵਾਨ ਹੋ, ਨੌਜਵਾਨਾਂ ਨੂੰ ਪਤਾ ਹੁੰਦਾ ਨਵੇਂ ਮਸਲਿਆਂ ਦਾ, ਜਿਹੜੇ ਕਰੰਟ ਮਸਲੇ ਚੱਲ ਰਹੇ ਉਹ ਚਾਹੇ ਬੇਰੁਜ਼ਗਾਰੀ ਨਾਲ ਸੰਬੰਧਿਤ ਹੈ, ਚਾਹੇ ਉਹ ਸਾਡੀ ਸੁਸਾਇਟੀ ਨਾਲ, ਚਾਹੇ ਸਾਡੇ ਘਰਾਂ ਦੀਆਂ ਚੁੱਲ੍ਹੇ ਬਾਲਣ ਤੱਕ। ਸਾਨੂੰ ਪਤਾ ਹੁੰਦਾ ਕਿ ਸਾਡੇ ਮਾਪੇ ਕਿਵੇਂ ਦਿਹਾੜੀਆਂ ਲਾ ਕੇ ਸਾਨੂੰ ਪੜ੍ਹਾ ਵੀ ਰਹੇ ਆ ਤੇ ਸਾਨੂੰ ਅੱਗੇ ਵੀ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਤਰੱਕੀ ਕਰੀਏ। ਜਿਹੜੀ ਨਵੀਂ ਬਣੀ ਸਰਕਾਰ ਹੈ, ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ, ਜਦੋਂ ਇਲੈਕਸ਼ਨ ਦੇ ਵਿੱਚ ਤੁਸੀਂ ਵੀ ਕੁਝ ਸੋਚ ਕੇ ਵੋਟ ਪਾਈ ਹੋਣੀ ਹੈ, ਕੀ ਆਸਾਂ ਕੀ ਉਮੀਦਾਂ ਸੀ? ਬਹੁਤ ਉਮੀਦਾਂ ਸੀ ਸਰ, ਪਰ ਸੀਐਮ ਸਾਹਿਬ ਸਾਡੀ ਉਮੀਦਾਂ ਤੇ ਖਰੇ ਨਹੀਂ ਉਤਰੇ। 6 ਸਾਲ ਹੋ ਗਏ ਸਾਨੂੰ ਧੱਕੇ ਖਾਂਦਿਆਂ ਨੂੰ, 3 ਮਹੀਨੇ ਹੋ ਗਏ ਸਾਨੂੰ ਇੱਥੇ ਸੰਗਰੂਰ ਸੀਐਮ ਸਾਹਿਬ ਦੇ ਘਰ ਦੇ ਮੂਹਰੇ ਬੈਠਿਆਂ ਨੂੰ। ਹੱਥ ਪੈਰ ਜੋੜ ਕੇ ਬਹੁਤ ਮਿੰਨਤਾਂ ਕਰ ਲਈਆਂ ਅਸੀਂ, ਕੋਈ ਸਾਡਾ ਹੱਲ ਨਹੀਂ ਹੋ ਰਿਹਾ। ਮੀਟਿੰਗਾਂ ਕੀਤੀਆਂ, ਬਹੁਤ ਮਰ ਕੇ ਦੇਖ ਲਿਆ, ਟੈਂਕੀਆਂ ਤੇ ਚੜ ਕੇ ਦੇਖ ਲਿਆ, ਹਰ ਕੰਮ ਕਰਕੇ ਦੇਖ ਲਿਆ, ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਬਹੁਤ ਦਿਨ ਹੋ ਗਏ ਸਾਨੂੰ, 3 ਮਹੀਨੇ ਹੋ ਗਏ ਇੱਥੇ ਬੈਠਿਆਂ ਨੂੰ। ਕਦੇ ਰੋਟੀ ਖਾਈਦਾ ਹੈ, ਕਦੇ ਮਿਲਦੀ ਹੈ, ਕਦੇ ਨਹੀਂ ਮਿਲਦੀ, ਕਦੇ ਪਾਣੀ ਮਿਲਦਾ ਹੈ, ਕਦੇ ਨਹੀਂ ਮਿਲਦਾ। ਗਰੀਬ ਘਰ ਦੇ ਬੱਚੇ ਆ ਸਾਰੇ, ਕੋਈ ਵੀ ਇੱਥੇ ਅਮੀਰ ਤਾਂ ਬੈਠਾ ਨਹੀਂਗਾ। ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ। ਕਹਿ ਰਿਹਾ ਧਰਨਾ ਚੱਕ ਦਿਓ, ਤੁਹਾਡਾ ਇੱਥੇ ਕੋਈ ਹੱਲ ਹੋ ਨਹੀਂ ਸਕਦਾ। ਸੀਐਮ ਸਾਹਿਬ ਸਾਡਾ ਹੱਲ ਨਹੀਂ ਕਰ ਸਕਦੇ, ਪੁਲਿਸ ਡਿਪਾਰਟਮੈਂਟ ਸਾਡਾ ਹੱਲ ਨਹੀਂ ਕਰ ਸਕਦਾ। ਸਾਨੂੰ ਇਹ ਦੱਸਣ ਸਾਡਾ ਹੱਲ ਕਿੱਥੇ ਹੋਏਗਾ, ਅਸੀਂ ਉੱਥੇ ਚੱਲ ਜਾਾਂਗੇ। ਕੋਈ ਸਾਡੀ ਸੁਣਵਾਈ ਇੱਥੇ ਹੋ ਨਹੀਂ ਰਹੀ। ਅਸੀਂ ਬਸ ਇਹੀ ਆਸ ਕਰਦੇ ਹਾਂ ਸੀਐਮ ਸਾਹਿਬ ਤੋਂ ਕਿ ਸਾਡਾ ਹੱਲ ਕਰਨ। ਮੀਟਿੰਗ ਕਰੀਗਾ, ਇਹੀ ਕਹਿੰਦੇ ਆ ਤੁਹਾਡਾ ਹੱਲ ਕਰਾਂਗੇ। 1 ਮਹੀਨਾ ਲੈਂਦੇ ਆ, 2 ਲੈਂਦੇ ਆ, ਫਿਰ ਜਵਾਬ ਦੇ ਦਿੰਦੇ ਆ ਸਾਨੂੰ। ਜਾਂ ਤਾਂ ਇਹ ਕਹਿ ਦੇਣ ਕਿ ਤੁਹਾਡਾ ਹੱਲ ਨਹੀਂ ਹੋ ਸਕਦਾ, ਫਿਰ ਅਸੀਂ ਆਪਣੇ ਘਰੇ ਚੱਲ ਜਾਾਂਗੇ। ਇਹ ਕਹਿੰਦਾ ਤੁਹਾਡਾ ਹੱਲ ਹੋਏਗਾ ਵੀ ਹੋਏਗਾ, ਇਹ ਵੀ ਦੱਸਣ ਕਦੋਂ ਹੋਏਗਾ। ਮਹੀਨੇ ਨੂੰ ਹੋਏਗਾ, 2 ਨੂੰ ਹੋਏਗਾ, 3 ਨੂੰ ਹੋਏਗਾ। ਸਾਨੂੰ ਆਪ ਕਹਿੰਦੇ ਹੁੰਦੇ ਸੀ ਕਿ ਚੀਜ਼ਾਂ ਟਾਈਮ ਬਾਉਂਡ ਹੋਣੀਆਂ ਚਾਹੀਦੀਆਂ ਨੇ, ਮਸਲਿਆਂ ਦੇ ਹੱਲ ਸਮੇਂ ਸੀਮਾ ਦੇ ਵਿੱਚ ਹੋਣੇ ਚਾਹੀਦੇ ਆ। ਅੱਜ ਉਹਨਾਂ ਗੱਲਾਂ ਤੋਂ ਤਾਂ ਮੁੱਕਰਦੇ ਲੱਗਦੇ ਆ। ਹਾਂਜੀ, ਮੁੱਕਰ ਹੈ, ਬਿਲਕੁਲ ਇਨਕਾਰ ਕਰ ਰਿਹਾ। ਟਾਈਮ ਦੇ ਕੇ ਸਾਡਾ ਕੰਮ ਹੱਲ ਕੀਤਾ ਨਹੀਂ ਜਾ ਰਿਹਾ। ਹਾਂਜੀ ਸਰ। ਤੁਹਾਡਾ ਕੀ ਨਾਮ ਹੈ? ਹਰਦੀਪ ਕੌਰ ਜੀ। ਹਰਦੀਪ, ਇਹ ਨੌਕਰੀ ਤੁਹਾਡੇ ਲਈ ਕਿੰਨੀ ਜ਼ਰੂਰੀ ਹੈ ਜੇਕਰ ਇਹ ਨੌਕਰੀ ਨਹੀਂ ਮਿਲਦੀ? ਕਿਉਂਕਿ ਦੇਖੋ ਗੱਲ ਇਹ ਨਹੀਂ ਹੈ ਤੁਸੀਂ ਨੌਕਰੀ ਆਪਣੇ ਟੈਸਟ ਕਲੀਅਰ ਕਰਨ ਤੋਂ ਬਾਅਦ ਮੰਗ ਰਹੇ ਹੋ, ਤੁਸੀਂ ਐਲੀਜੀਬਲ ਹੋ ਨੌਕਰੀ ਲਈ, ਤੁਹਾਡਾ ਨਾਮ ਆਲਰੇਡੀ ਲਿਸਟ ਦੇ ਵਿੱਚ ਚੜਿਆ ਹੋਇਆ। ਜੇ ਨੌਕਰੀ ਨਹੀਂ ਮਿਲਦੀ ਤੁਹਾਡੀ ਜ਼ਿੰਦਗੀ ਤੇ ਕੀ ਅਸਰ ਪਊਗਾ, ਜਾਂ ਤੁਹਾਡੇ ਵਰਗੇ ਹੋਰ ਜਿਹੜੇ ਜਿੰਨੇ ਆ ਸਾਥੀ ਬੈਠੇ ਆ ਸਾਰੇ ਪੰਜਾਬ ਦੇ? ਅਸਰ ਤਾਂ ਪਊਗਾ ਜੀ। ਦੇਖੋ ਅਸੀਂ 3 ਮਹੀਨੇ ਤੋਂ ਇੱਥੇ ਸੜਕਾਂ ਤੇ ਰੋ ਰਹੇ ਹਾਂ। ਇੱਥੋਂ ਦੀ ਲੋਕ ਲੰਘਦੇ ਟੱਪਦੇ ਆ, ਘਰਾਂ 'ਚ ਸਾਡੀ ਬਦਨਾਮੀ ਹੋ ਚੁੱਕੀ ਹੈ, ਸਾਡੇ ਮਹੱਲਿਆਂ 'ਚ, ਸਾਡੇ ਪਿੰਡਾਂ 'ਚ। ਇੱਥੋਂ ਤੱਕ ਇਹਨਾਂ ਨੇ ਘਰੇ ਜਾ ਕੇ ਸਾਡੇ ਸਾਡੇ ਘਰ 3 ਵਾਰੀ ਪੁਲਿਸ ਮੁਲਾਜ਼ਮ ਗਏ ਆ ਕਿ ਤੁਸੀਂ ਆਪਦੀ ਕੁੜੀ ਨੂੰ ਘਰੇ ਬੁਲਾਓ, ਧਰਨੇ ਤੇ ਬੈਠੇ ਆ, ਉਹਨਾਂ ਨੂੰ ਘਰੇ ਬੁਲਾਓ। ਇਹ ਕਿਉਂ ਜਾ ਰਹੇ ਆ? ਫਿਰ ਤੁਸੀਂ ਬੇਟਾ ਅਬੋਹਰ ਤੋਂ ਜੀ। ਹਾਂਜੀ, ਤੇ ਕੱਲ ਫਿਰ CID ਵਾਲਿਆਂ ਨੇ ਦੱਸਿਆ, ਫਿਰ ਉਹਨਾਂ ਨੇ ਮਨਾ ਕੀਤਾ, ਫਿਰ ਰੁਕਿਆ। ਲਗਾਤਾਰ 3 ਵਾਰੀ ਜਾ ਰਹੇ ਆ, ਤੁਸੀਂ ਕੁੜੀ ਨੂੰ ਘਰੇ ਬੁਲਾਓ, ਐ ਚੰਗਾ ਨਹੀਂ ਲੱਗਦਾ ਗਾ। ਇਹ ਕਿਉਂ ਕਹਿ ਰਹੇ? ਅਸੀਂ ਆਪਦੇ ਹੱਕ ਮੰਗਣ ਵਾਸਤੇ ਬੈਠੇ ਆ, ਪ੍ਰੋਟੈਸਟ ਕਰਨਾ ਸਾਡਾ ਹੱਕ ਹੈਗਾ। ਤੇ ਇਹ ਸਾਨੂੰ ਮਤਲਬ ਕਿ ਸਾਡੀ ਬਦਨਾਮੀ ਕਰ ਰਹੇ ਆ। ਹੁਣ ਅਸੀਂ ਇੱਥੋਂ ਖਾਲੀ ਹੱਥ ਤਾਂ ਜਾਵਾਂਗੇ ਨਹੀਂ, ਜਾਂ ਮਰ ਕੇ ਜਾਵਾਂਗੇ ਜਾਂ ਜੌਬ ਲੈ ਕੇ ਜਾਵਾਂਗੇ। ਤੇ ਲਗਾਤਾਰ ਸਾਨੂੰ 3 ਮਹੀਨੇ ਹੋ ਗਏ ਪ੍ਰੋਟੈਸਟ ਕਰਦਿਆਂ ਨੂੰ। ਅਸੀਂ ਟੈਂਕੀ ਤੇ ਚੜੇ, ਪਿਛਲੀ 1 ਜੂਨ ਨੂੰ ਅਸੀਂ ਟੈਂਕੀ ਤੇ ਚੜੇ ਸੀਗੇ, 7 ਕੁੜੀਆਂ ਚੜੀਆਂ ਸੀ। 4 ਦਿਨ ਲਗਾਤਾਰ ਟੈਂਕੀ ਤੇ ਰਹੇ ਆ ਅਸੀਂ।
ਸੀਐਮ ਸਾਹਿਬ ਨੇ ਉਦੋਂ ਇਲੈਕਸ਼ਨ ਨੇੜੇ ਸੀ, 23 ਤਰੀਕ ਨੂੰ ਐਮਪੀ ਦੇ ਇਲੈਕਸ਼ਨ ਸੀਗੇ, ਉਦੋਂ ਇਹਨਾਂ ਦੇ ਭਾਦੀ ਬਣੀ ਹੋਈ ਸੀ ਕਿ ਕੁੜੀਆਂ ਟੈਂਕੀ ਤੇ ਸਾਨੂੰ ਪਤਾ ਨਹੀਂ ਵੋਟਾਂ ਪੈਣਗੀਆਂ ਜਾਂ ਨਹੀਂ ਪੈਣਗੀਆਂ, ਮਾੜਾ ਪ੍ਰਭਾਵ ਪੈ ਰਿਹਾ। ਤੇ ਇਹਨਾਂ ਨੇ ਸਪੈਸ਼ਲ ਭਰਤੀ ਸੈੱਲ 'ਚੋਂ ਮੈਡਮ ਹੈਗੇ ਕਨਵਰਜੀਤ IPS, ਉਹਨਾਂ ਨੂੰ ਭੇਜਿਆ ਕਿ ਕੁੜੀਆਂ ਨੂੰ ਤੁਸੀਂ ਮਸਲੇ ਸੁਣੋ, ਹੱਲ ਕਰੋ, ਕੀ ਕਹਿੰਦੇ ਆ ਉਹ, ਕੀ ਉਹਨਾਂ ਦੀ ਡਿਮਾਂਡ ਆ। ਉਹਨਾਂ ਦੇ ਕਹਿਣ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਥੱਲੇ ਆ ਜਾਓ ਬੇਟਾ, ਤੁਹਾਡਾ ਹੱਲ ਜੋ ਵੀ ਹੋਏਗਾ ਮੈਂ ਕਰਾਂਗੀ। ਮੈਂ ਪੁਲਿਸ ਮਹਿਕਮੇ ਵਿੱਚ 15 ਮਹਿਕਮੇ ਹੈਗੇ ਪੰਜਾਬ ਪੁਲਿਸ 'ਚ, ਮੈਂ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਐਡਜਸਟ ਕਰਾਂਗੀ। ਤੇ ਅਸੀਂ ਉਸੇ ਉਮੀਦ ਨਾਲ ਉਹਨਾਂ ਦੀ ਗੱਲ ਮੰਨ ਕੇ ਥੱਲੇ ਆ ਗਏ। ਪਿਛਲੀ ਹੁਣ ਲਗਾਤਾਰ 1 ਮਹੀਨਾ, ਅੱਜ 11-12 ਦਿਨ ਹੋ ਗਏ ਆ ਉਸ ਗੱਲ ਨੂੰ। ਤੇ ਉਸ ਤੋਂ ਬਾਅਦ 17/6 ਨੂੰ ਲਾਸਟ ਮੰਥ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ। ਮੈਂ ਖੁਦ ਮੀਟਿੰਗ ਤੇ ਗਈ ਸੀ। ਮੈਂ ਸੀਐਮ ਸਾਹਿਬ ਨਾਲ ਮੀਟਿੰਗ ਆਪਣੀ ਚੁੰਨੀ ਉਤਾਰ ਕੇ ਉਹਨਾਂ ਦੇ ਪੈਰਾਂ 'ਚ ਰੱਖੀ ਸੀ, ਭੀਖ ਮੰਗੀ ਸੀ, ਸਰ ਸਾਨੂੰ ਜੁਆਇਨਿੰਗ ਦਿੱਤੀ ਜਾਵੇ। ਕਹਿੰਦੇ ਬੱਚੇ ਐ ਨਾ ਕਰੋ, ਤੁਸੀਂ ਮੇਰੇ ਧੀਆਂ ਵਰਗੇ ਭੈਣਾਂ ਵਰਗੇ ਹੈਗੇ ਆ ਤੇ ਤੁਹਾਡੀ ਜੁਆਇਨਿੰਗ ਹੋ ਜੂਗੀ। ਕਦੋਂ ਹੋਊਗੀ ਸਾਨੂੰ ਲਿਖ ਕੇ ਤਾਂ ਦੇਣ, ਅਸੀਂ ਤਾਂ ਤਰਲੇ ਸਾਰੇ ਕਰ ਲਏ ਹੈਗੇ। ਅਸੀਂ ਇੱਥੇ ਭਾਈ ਜੀ ਮੈਂ ਹਰਦੀਪ ਤੇਰੀ ਗੱਲ ਪੂਰੀ ਕਰਦਾ। ਕਿੱਡਾ ਮਹੱਤਵਪੂਰਨ ਪੱਖ ਦੱਸਿਆ ਹਰਦੀਪ ਨੇ। ਜਦੋਂ ਤੁਸੀਂ ਸੱਤਾ ਤੋਂ ਬਾਹਰ ਸੀ ਉਦੋਂ ਤੁਸੀਂ ਕਹਿੰਦੇ ਸੀ ਕਿ ਸਾਡੇ ਪੰਜਾਬ ਦੀਆਂ ਕੁੜੀਆਂ ਦੀਆਂ ਚੁੰਨੀਆਂ ਤੇ ਮੁੰਡਿਆਂ ਦੀਆਂ ਪੱਗਾਂ ਰੋਲੀਆਂ ਜਾਂਦੀਆਂ ਸਰਕਾਰ ਦੇ ਹੁਕਮਾਂ ਤੇ, ਰਾਜਨੇਤਾਵਾਂ ਦੇ ਹੁਕਮਾਂ ਤੇ ਔਰ ਪੁਲਿਸ ਦੀ ਕਾਰਜਗੁਜ਼ਾਰੀ ਤੋਂ। ਆ ਲੜਕੀ ਨੇ, ਹਰਦੀਪ ਕੌਰ ਨੇ ਆਪਣੀ ਚੁੰਨੀ, ਜਦੋਂ 17/6 ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਹੋਈ ਹੈ, ਮੀਟਿੰਗ ਹੋਈ ਹੈ, ਆਪਣੀ ਚੁੰਨੀ ਉਹਨਾਂ ਦੇ ਪੈਰਾਂ ਦੇ ਵਿੱਚ ਧਰੀ ਹੈ। ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਔਰ ਲਾਹਨਤ ਹੈ ਤੁਹਾਡੇ ਦੇ ਉੱਤੇ। ਮੈਂ ਬਹੁਤ ਤਿੱਖੇ ਸ਼ਬਦ ਬੋਲ ਰਿਹਾ, ਪਰ ਇਹ ਤਿੱਖੇ ਸ਼ਬਦ ਮੈਂ ਜ਼ਮੀਨੀ ਹਕੀਕਤ ਦੀ ਰਿਪੋਰਟ ਕਰਦਾ ਹੋਇਆ, ਜ਼ਮੀਨੀ ਹਕੀਕਤਾਂ ਤੁਹਾਡੇ ਸਾਹਮਣੇ ਰੱਖਦਾ ਹੋਇਆ ਫਿਰ ਇਹ ਗੱਲ ਤਿੱਖੇ ਸ਼ਬਦ ਬੋਲ ਰਿਹਾ। ਮਜਬੂਰ ਹੋਣਾ ਪੈਂਦਾ ਕਈ ਵਾਰੀ ਸਾਨੂੰ ਤਿੱਖੇ ਸ਼ਬਦ ਬੋਲਣ ਦੇ ਲਈ, ਕਿਉਂਕਿ ਪੱਤਰਕਾਰਤਾ ਪੇਸ਼ਾ ਐਸਾ ਹੈ, ਜੇਕਰ ਅਸੀਂ ਸੱਚ ਦੇ ਨਾਲ ਨਹੀਂ ਖੜਾਂਗੇ, ਜੇਕਰ ਅਸੀਂ ਤੱਥਾਂ ਸਹਿਤ ਰਿਪੋਰਟ ਤੁਹਾਡੇ ਸਾਹਮਣੇ ਨਹੀਂ ਰੱਖਾਂਗੇ, ਫਿਰ ਸਾਨੂੰ ਵੀ ਸ਼ਰਮ ਕਰਨੀ ਪਏਗੀ, ਸਾਨੂੰ ਵੀ ਆਪਣੇ ਆਪ ਦੇ ਉੱਤੇ ਲਾਹਨਤ ਭੇਜਣੀ ਪਏਗੀ। ਜੀ ਹਰਦੀਪ ਸਰ ਹੁਣ ਦੇਖਿਆ ਜਦੋਂ ਤੁਸੀਂ ਆਪਣੀ ਚੁੰਨੀ ਮੁੱਖ ਮੰਤਰੀ ਦੇ ਕੋਲੇ ਰੱਖੀ ਜਾਂ ਉਹਨਾਂ ਦੇ ਪੈਰਾਂ 'ਚ ਰੱਖੀ, ਕੀ ਰਿਐਕਸ਼ਨ ਸੀ? ਉਹਨੇ ਕੀ ਕਿਹਾ ਸੀਗਾ? ਉਹਨਾਂ ਨੇ ਕਿਹਾ ਸੀ ਕਿ ਤੁਸੀਂ ਮੇਰੇ ਧੀਆਂ ਵਰਗੀ ਭੈਣਾਂ ਵਰਗੀ ਇਹ ਕੰਮ ਨਹੀਂ ਕਰਨਾ, ਮੈਂ ਤੁਹਾਡਾ ਹੱਲ ਜ਼ਰੂਰ ਕਰੂੰਗਾ। ਫਿਰ ਉਹਨਾਂ ਨੇ ਸਾਡਾ ਮੰਗ ਪੱਤਰ ਲਿੱਤਾ, ਉੱਤੇ ਸਾਰਾ ਕੁਝ ਨੋਟ ਕੀਤਾ ਕਿ ਤੁਸੀਂ ਕਿੰਨੇ ਕੈਂਡੀਡੇਟ ਬੈਠੇ ਹੋ। ਫਿਰ ਸਾਡਾ ਨੰਬਰ ਨੋਟ ਕੀਤਾ, ਕਹਿੰਦੇ ਤੁਹਾਨੂੰ ਕਾਲ ਆਊਗੀ। ਮੈਂ ਅੱਜ ਹੀ ਗੱਲ ਕਰਦਾ ਸੀ, ਮੀਟਿੰਗ ਬੁਲਾਉਣੇ ਆਈਏ ਉਹ, ਪਰ ਹਜੇ ਤੱਕ ਸਾਨੂੰ ਕੋਈ ਵੀ ਕਾਲ ਨਹੀਂ ਆਏਗੀ। ਹੁਣ ਤੱਕ ਦੇਖੋ ਅਸੀਂ ਸੁਸਾਈਡ ਦੇ ਵੀ ਕੇਸ ਆ ਚੁੱਕੇ ਆ, ਸਪਰੇਆਂ ਬੀਤੀਆਂ 2 ਜਣਿਆਂ ਨੇ, 1 ਜਣੇ ਨੇ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉੱਥੇ ਟਰੈਕਟਰ ਥੱਲੇ ਆਉਣ ਦੀ ਕੋਸ਼ਿਸ਼ ਕੀਤੀ ਆ। ਤੇ ਡਿਪਾਰਟਮੈਂਟ ਵੱਲੋਂ ਵੀ ਇਹ ਪੁਲਿਸ ਮੁਲਾਜ਼ਮ ਅੰਦਰ ਖੜੇ ਰਹਿੰਦੇ ਆ। ਅਸੀਂ ਆਪ ਜਾ ਕੇ ਆਪਦੇ ਸਾਥੀਆਂ ਨੂੰ ਬੁਲਾਇਆ ਤੇ ਕਹਿ ਰਹੇ ਆ ਤੁਸੀਂ ਡਰਾਮੇ ਕਰ ਰਹੇ ਹੋ, ਅਸੀਂ ਮਰਨ ਤੱਕ ਜਾ ਰਹੇ, ਕਹਿੰਦੇ ਤੁਸੀਂ ਡਰਾਮੇ ਕਰ ਰਹੇ ਸੀ। 11 ਜਣੇ ਮਰਨ ਵਰਤ ਤੇ ਬੈਠੇ ਸੀ। ਹਜੇ ਤੱਕ ਕੋਈ ਵੀ ਮਤਲਬ ਕਿ MLA ਨੇ ਆ ਕੇ ਸਾਡੀ ਗੱਲ ਨਹੀਂ ਸੁਣੀਗੀ। ਲੱਖਾ ਸਿਧਾਣਾ ਜੀ ਆਏ, ਉਹਨਾਂ ਨੇ ਮਤਲਬ ਕਿ ਸਾਡਾ ਮਰਨ ਵਰਤ ਖੁਲਾਇਆ ਹੈਗਾ, ਕਹਿੰਦੇ ਵੀ ਲੜਨ ਵਾਸਤੇ। ਚਲੋ ਉਹਨਾਂ ਨੇ ਮਤਲਬ ਕਿ ਕਿਹਾ ਹੈਗਾ ਕਿ ਜੇ ਤੁਸੀਂ ਤੁਹਾਡੇ 'ਚ ਜਾਨ ਹੋਊਗੀ ਤਾਂ ਤੁਸੀਂ ਲੜੋਗੇ। ਅਸੀਂ ਚਲੋ ਐਪਰੀਸ਼ੀਏਟ ਕਰਦੇ ਹਾਂ, ਚਲੋ ਵਧੀਆ ਹੋਇਆ ਕਿ ਆਏ, ਉਹਨਾਂ ਨੇ ਸਾਡੀ ਗੱਲ ਸੁਣੀ। ਐਕਚੁਅਲੀ ਉਹ ਆਏ ਤਾਂ ਹੈ, ਇਹਨਾਂ ਦੇ ਮਾਤਾ ਜੀ ਆਉਂਦੇ ਆ, ਇੱਥੋਂ ਦੀ ਲੰਘ ਜਾਂਦੇ ਆ। ਅਸੀਂ ਮਰਨ ਵਰਤ ਤੇ ਬੈਠੇ ਹੋਏ ਸੀ, ਅੰਦਰ ਚਲੇ ਗਏ। ਇੱਕ ਵਾਰੀ ਵੀ ਦੇਖਿਆ ਨਹੀਂ ਕਿ ਬੱਚੇ ਕਿਵੇਂ ਬੈਠੇ ਹੈਗੇ ਆ, ਭੁੱਖ ਹੜਤਾਲ ਤੇ ਬੈਠੇ ਆ, ਮਰਨ ਵਰਤ ਤੇ ਬੈਠੇ ਆ। ਇਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ। ਇੰਨੀ ਗਰਮੀ ਦੇ ਵਿੱਚ ਦੇਖੋ ਅਸੀਂ ਕਿਵੇਂ ਰਹਿ ਰਹੇ ਆ ਇੱਧਰ। ਇੰਨੀ ਗਰਮੀ ਵਿੱਚ ਕਦੇ ਰੋਟੀ ਮਿਲਦੀ ਹੈ, ਕਦੇ ਨਹੀਂ ਮਿਲਦੀ, ਨਹੀਂ ਮਿਲੀ ਤਾਂ ਅਸੀਂ ਉਵੇਂ ਪੈ ਜਾਂਦੇ ਆ। ਪਰ ਜੇ ਘਰਾਂ ਦੀਆਂ ਮਜਬੂਰੀਆਂ ਤਾਂ ਅਸੀਂ ਤਾਂ ਹੀ ਬੈਠੇ ਆ, ਇਹ ਸੁਣਨ ਦਾ ਨਾਂ ਹੀ ਨਹੀਂ ਲੈ ਰਹੇ। ਜੇ ਅਸੀਂ ਐਲੀਜੀਬਲ ਹੈਗੇ ਆ ਤਾਂ ਹੀ ਬੈਠੇ ਆ, ਪਰ ਇਹਨਾਂ ਦੇ ਕੰਨ ਤੇ ਹਜੇ ਤੱਕ ਜੂੰ ਨਹੀਂ ਸਰਕੀ। ਤੁਹਾਡੇ ਵੀ ਘਰਾਂ 'ਚ ਜਾਂਦੇ ਨੇ ਪੁਲਿਸ ਵਾਲੇ ਉੱਥੇ ਪਿੰਡ? ਜੀ ਸਰ, ਬਹੁਤ ਬਦਨਾਮੀ, ਜਿੰਨੀ ਕਹ ਲਓ ਸਾਡੀ ਪਿੰਡਾਂ ਵਿੱਚ ਇੰਨੀ ਕੁ ਬਦਨਾਮੀ ਕਿ ਸਾਡੇ ਘਰ ਦੇ ਹੁਣ ਸਾਨੂੰ ਕਹਿਣ ਲੱਗ ਗਏ ਕਿ ਘਰੇ ਨਾ ਆਓ, ਧਰਨੇ ਤੇ ਰਹੋ, ਤੁਸੀਂ ਆਦਾ ਹੱਕ ਲੈ ਕੇ ਆਓ, ਜੇ ਤੁਹਾਡਾ ਹੱਕ ਮਿਲੇਗਾ ਤਾਂ ਘਰੇ ਆਓ, ਨਹੀਂ ਤਾਂ ਸਾਡੇ ਪਰ ਮਰ ਜਾਓ, ਉੱਥੇ ਜਾ ਕੇ ਸੁਸਾਈਡ ਕਰ ਲਓ। ਸਾਡੇ ਘਰ ਦੇ ਨਹੀਂ ਹੁਣ ਸਾਨੂੰ ਘਰੇ ਜਾਣ ਦਿੰਦੇ। ਹੁਣ ਸਰ ਅਸੀਂ ਕਿੱਥੇ ਜਾਈਏ? ਇਹ ਸਭ ਪੁਲਿਸ ਡਿਪਾਰਟਮੈਂਟ ਦੀ ਬਦੌਲਤ ਹੋ ਰਿਹਾ। ਸਾਡੇ ਘਰੇ ਜਾ ਕੇ ਪੁੱਛ ਰਿਹਾ ਤੁਹਾਡੀਆਂ ਕੁੜੀਆਂ ਧਰਨੇ ਤੇ ਕਿਉਂ ਬੈਠੀਆਂ ਨੇ। ਅਸੀਂ ਇਸ ਕਰਕੇ ਬੈਠੇ ਹਾਂ, ਅਸੀਂ ਐਲੀਜੀਬਲ ਹਾਂ, ਸਾਡਾ ਵੇਟਿੰਗ ਲਿਸਟ ਮੈਰਿਟ 'ਚ ਨਾ ਆਇਆ ਹੋਇਆ। ਅਸੀਂ ਆਪਣਾ ਹੱਕ ਮੰਗ ਰਹੇ, ਭੀਖ ਤਾਂ ਅਸੀਂ ਮੰਗ ਨਹੀਂ ਰਹੇ। ਜਦ ਤੱਕ ਕਹਿੰਦੇ ਨੇ ਅਸੀਂ ਭੀਖ ਮੰਗ ਰਹੇ, ਅਸੀਂ ਤੁਹਾਨੂੰ ਨਹੀਂ ਦੇਣੀ। ਸਾਡਾ ਹੱਕ ਆ, ਅਸੀਂ ਲੈ ਕੇ ਰਵਾਂਗੇ ਤੇ ਜ਼ਰੂਰ ਲਵਾਂਗੇ। ਅਸੀਂ ਨਾ ਤਾਂ ਇੱਥੋਂ ਧਰਨਾ ਚੱਕਾਂਗੇ ਤੇ ਨਾ ਸਾਨੂੰ ਚੱਕਣ ਦੀ ਲੋੜ ਆ। ਹੁਣ ਤਾਂ ਵਿਆਹ ਕਰਵਾ ਲਿਆ, 48 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਰਹੇ ਆ ਮੁੰਡੇ ਬੈਠੇ ਹੈਗੇ ਆ, ਅਸੀਂ ਕੁੜੀਆਂ ਬੈਠੀਆਂ 25 27 ਸਾਲ ਦੇ ਹੋ ਗਏ ਆ, ਓਵਰ ਏਜ ਹੋ ਗਏ ਆ, ਕੁਝ ਤਾਂ 35 ਸਾਲਾਂ ਦੇ ਹੋ ਗਏ ਕਿ ਇਹਨਾਂ ਨੂੰ ਪਤਾ ਨਹੀਂ ਲੱਗਦਾਗਾ। ਆਪ ਤਾਂ ਦੂਜੀ ਵਾਰ ਵਿਆਹ ਕਰਾ ਲਿਆ, ਇਹਨਾਂ ਦੇ ਬੱਚਿਆਂ ਦੇ ਵਿਆਹ ਹੋਣ ਵਾਲੇ ਸੀ, ਹੁਣੇ ਵਿਆਹ ਕਰਾ ਕੇ ਬਹਿ ਗਏ ਹੈਗੇ। ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹਨਾਂ ਬੱਚਿਆਂ ਦਾ ਵੀ ਫਿਊਚਰ ਹੈ, ਇਹਨਾਂ ਨੇ ਵੀ ਵਿਆਹ ਕਰਾਉਣੇ ਹੈਗੇ, ਆਪਦੇ ਵਿਆਹ ਦੀ ਇਹਨਾਂ ਨੂੰ ਪੈ ਗਈ ਹੈਗੀ ਆ। ਇਸੇ ਕਰਕੇ ਸਰ ਅਸੀਂ ਤਾਂ ਇਹ ਰਿਕੁਐਸਟ, ਭੀਖ ਵੀ ਮੰਗ ਲਈ ਹੈ, ਰਿਕੁਐਸਟ ਵੀ ਕਰ ਲਿਆ, ਅਸੀਂ ਤਾਂ ਮਰਨ ਤੱਕ ਵੀ ਗਏ ਚਲੇ ਆ। ਪਤਾ ਨਹੀਂ ਕਿਉਂ ਨਹੀਂ ਸਾਡੀ ਗੱਲ ਸੁਣ ਰਹੇ। ਇਹ ਕਹਿ ਰਹੇ ਡਿਪਾਰਟਮੈਂਟ ਕੰਮ ਕਰੂ, ਡਿਪਾਰਟਮੈਂਟ ਕਹਿ ਰਹੇ ਕਿ CM ਦੇ ਹੱਥ 'ਚ ਆ, ਪਰ ਸਾਨੂੰ ਨਹੀਂ ਪਤਾ। ਸਾਨੂੰ ਦੱਸ ਦੇਣ ਕਿ ਕੌਣ ਸਾਡਾ ਹੱਲ ਕਰੂਗਾ, ਅਸੀਂ ਉਹਨਾਂ ਕੋਲੇ ਚਲੇ ਜਾਾਂਗੇ।
ਬਹੁਤ ਮਹੱਤਵਪੂਰਨ ਤੱਥ ਔਰ ਬੜੀਆਂ ਮਹੱਤਵਪੂਰਨ ਇਹ ਗੱਲਾਂ ਨੇ। ਔਰ ਮੈਨੂੰ ਬਾਈ ਜੀ ਉਹਨਾਂ ਨੇ ਆਫ ਦੀ ਰਿਕਾਰਡ, ਅਸੀਂ ਜਦੋਂ ਸਾਰਾ ਕੇਸ ਸਟੱਡੀ ਕਰ ਰਹੇ ਸੀਗੇ, ਇੱਥੇ ਤੁਸੀਂ ਆਲੇ ਦੁਆਲੇ ਦੇਖ ਲਓ ਬਾਈ, ਮੈਂ ਕੈਮਰਾ ਸਹਿਯੋਗੀ ਹਰਪਾਲ ਸਿੰਘ ਨੂੰ ਕਹਾਂਗਾ, ਉਹ ਖੇਤ ਨੇ ਜੀ ਸਾਹਮਣੇ, ਆਲੇ ਦੁਆਲੇ ਚੁਫੇਰੇ ਚਾਰੇ ਪਾਸੇ ਖੇਤ ਆ। ਔਰ ਹੁਣ ਝੋਨੇ ਦਾ ਸਮਾਂ ਹੈ, ਜੀਰੀਆਂ ਲੱਗ ਰਹੀਆਂ ਨੇ, ਆ ਪਾਣੀ ਦਾ ਟੈਂਕਰ ਖੜਾ, ਸੌਰੀ ਤੇਲ ਦਾ ਟੈਂਕਰ ਖੜਾ ਤੇ ਅੱਗੇ ਪਾਣੀ ਖੜਾ ਹੈ, ਗੰਦਾ ਪਾਣੀ, ਬਾਰਿਸ਼ ਬਰਸਾਤ ਹੋ ਕੇ ਹਟੀ ਹੈ, ਇਹਦੇ ਵਿੱਚ ਬਿਮਾਰੀਆਂ ਪੈਦਾ ਹੋਣਗੀਆਂ। ਔਰ ਰਾਤ ਇੱਥੇ ਜਾਂ ਕੱਲ ਜਾਂ ਪਰਸੋਂ ਸੁੱਤੇ ਪਈਆਂ ਖੇਤਾਂ ਦੇ ਵਿੱਚੋਂ ਸੱਪ ਆ ਗਿਆ ਸੀ ਇੱਥੇ। ਕੀ ਗੱਲ ਹੋਈ ਸੀ ਬਾਈ ਜੀ, ਉਹ ਦੱਸਿਓ, ਕੀ ਗੱਲ ਹੋਈ ਸੀ ਉਹ ਜਦੋਂ ਤੁਸੀਂ ਰਾਤ ਨੂੰ ਇੱਥੇ ਸੌਂਦੇ ਹੋ ਤਾਂ ਕੀ ਸੱਪ ਆ ਗਿਆ ਸੀ ਬਾਈ? ਜੀ ਵੀਰੇ, ਰਾਤ 3 ਦਾ ਟਾਈਮ ਸੀਗਾ ਤੇ ਇਧਰੋਂ ਸੱਪ ਆਇਆਗਾ ਆਹ ਖੇਤਾਂ ਵਾਲੀ ਪਾਸਿਓਂ। ਇੱਧਰ ਫਰੰਟ ਦੇ ਉੱਤੇ ਮੁੰਡੇ ਪਏ ਸੀ, ਵਿਚਾਲੇ ਅਸੀਂ ਸੀ, ਸਾਈਡ ਤੇ ਕੁੜੀਆਂ ਸੀਗੀਆਂ, ਖੁੱਲੇ ਹਵਾ 'ਚ ਪੈ ਗਏ ਹਨਾ। ਇੱਥੋਂ ਲੰਘਿਆ ਆਹ ਮੁੰਡਿਆਂ ਦੇ ਉੱਤੋਂ ਦੀ, ਆਹ ਮੁੰਡੇ ਦੇ ਕੰਨ ਦੇ ਕੋਲ ਦੀ ਲੰਘਿਆ ਜਮਾ, ਇਹਨੂੰ ਪਤਾ ਲੱਗ ਗਿਆ ਕਹਿੰਦਾ ਸੱਪ ਆ। ਅਸੀਂ ਉੱਠੇ, ਸਾਨੂੰ ਦੋਨਾਂ ਨੂੰ ਪਤਾ ਲੱਗਾ। ਉਦੋਂ ਬਾਅਦ ਕੁੜੀਆਂ ਦੇ ਜਮਾ ਵੇਚਦੀ ਲੰਘਿਆ, ਉਹ ਇੱਥੇ ਜਾ ਕੇ ਗਾਇਬ ਹੋ ਗਿਆ। ਹਾਂ ਬਾਈ, ਹੈ ਤਾਂ ਸਾਰਾ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਕਸੂਸਰ ਆ ਯਾਰ, ਝਾੜ ਆ ਇੱਥੇ ਸਾਰਾ ਹਨਾ। ਤੇ ਇੱਥੇ ਤਾਂ ਫਿਰ ਬਈ ਸੱਪ ਹੀ ਨਿਕਲਿਆ, ਉਤੋਂ ਰੁੱਤ ਬਾਰਿਸ਼ ਦੀ ਹੈ। ਬਸ ਬਈ ਪਤਾ ਹੀ ਲੱਗ ਗਿਆ, ਕੁਦਰਤੀ ਛੱਡ ਗਿਆ ਸੱਪ। ਸੱਪ ਦਾ ਕੀ ਭਰੋਸਾ ਯਾਰ, ਡੰਗ ਮਾਰ ਜਾਂਦਾ। ਸਾਡੀ ਨੂੰ ਤਾਂ ਦਵਾਤੀ ਨੌਕਰੀ ਭਗਵੰਤ ਮਾਨ ਨੇ ਟਾਈਮ ਨਾਲ ਹੀ। ਕੋਈ ਸਾਨੂੰ ਨੌਕਰੀ ਮਿਲ ਗਈ ਸੀ, ਨੌਕਰੀ ਮਿਲ ਗਈ ਸੀ, ਕਾਸੇ ਲੋੜ ਨਹੀਂ, ਇਕੱਲੇ ਕਹਿ ਰਹੇ ਹੈਗੇ। ਪਿੰਡ ਚੱਲ ਗਿਆ ਸੀ ਮਤਲਬ ਰਾਤ। ਵੀਰੇ ਉਹਦਾ ਸਾਪੀ ਤਰਸ ਕਰ ਗਿਆ, ਕਹਿੰਦਾ ਵੀ ਆਪਣੇ ਵਰਗੇ ਆ ਵਿਚਾਰੇ, ਤਾਂ ਸੜਕਾਂ ਦੇ ਅੱਗੇ ਰੁਲੀ ਜਾਂਦੇ ਆ। ਪਰਮਾਤਮਾ ਵੱਲੋਂ ਕੋਈ ਮਿਹਰ ਹੋਈ ਆ, ਬਚੇ ਆ। ਕੋਈ ਇਸ ਗੱਲ ਤੇ ਕੋਈ ਮਿਹਰ ਨਹੀਂ, ਨਾ ਕੋਈ ਉੱਚ ਅਧਿਕਾਰੀ ਵੱਲੋਂ ਕੋਈ ਸਾਨੂੰ ਭਰੋਸਾ ਦਿੱਤਾ ਜਾਂਦਾ। ਬਸ ਮੈਨੂੰ ਇੱਕ ਹੋਰ ਦੱਸਿਆ, ਆਪਣੀ ਕੁੜੀਆਂ ਨਾਲ ਮੈਂ ਜਦੋਂ ਗੱਲ ਕਰ ਰਿਹਾ ਸੀ ਹਰਦੀਪ ਹੋਰਾਂ ਨਾਲ, ਉਹ ਕਹਿੰਦੀਆਂ ਵੀ ਆ ਪੁਲਿਸ ਜਿਹੜੇ ਇੱਥੇ ਮੁਲਾਜ਼ਮ ਖੜੇ ਆ, ਕਹਿੰਦੀਆਂ ਮਜ਼ਾਕ ਉਡਾਉਂਦੇ ਆ ਤੁਹਾਡਾ, ਵੀ ਤੁਸੀਂ ਤਾਂ ਡਰਾਮੇ ਕਰਦੇ ਹੋ ਸੁਸਾਈਡ ਕਰਨ ਦੇ। ਪਤਾ ਕੀ ਆ, ਜਦੋਂ ਬੰਦਾ ਬੇਰੁਜ਼ਗਾਰ ਹੁੰਦਾ ਹੈ ਉਹਨੂੰ ਕੁਝ ਦਿਸਦਾ ਨਹੀਂ, ਉਹਨੂੰ ਜਿਹੜੀ ਆ ਜਿਵੇਂ ਹੁਣ ਮੁਲਾਜ਼ਮ ਕਹਿੰਦਾ ਵੀ ਮਜ਼ਾਕ ਬਣਾਉਂਦੇ ਆ, ਮਜ਼ਾਕ ਇਹਨਾਂ ਨੂੰ ਤਾਂ ਲੱਗਣਾ ਹੀ ਹੈ। ਇਹਨਾਂ ਦੀ ਤਾਂ ਤਨਖਾਹ 60-60 65 ਹਜ਼ਾਰ ਰੁਪਿਆ ਪਰ ਮੰਥ ਪੈ ਜਾਣੀ ਹੈ। ਚੜੇ ਮਹੀਨੇ ਤਨਖਾਹ ਆਉਣੀ, ਨਾ ਇਹਨਾਂ ਦੀ ਸੈਲਰੀ ਰੁਕਦੀ ਹੈ ਮੁਲਾਜ਼ਮਾਂ ਦੀ। ਰੌਲਾ ਹੁਣ ਸਾਨੂੰ ਆ, ਜਿਹੜੇ ਅਸੀਂ ਪੱਲਿਓਂ ਲਾ ਕੇ ਆਉਣੇ ਆ, ਅਸੀਂ ਕਮਾਉਂਦੇ ਰੁਪਿਆ ਨਹੀਂ, ਲਾਉਣੇ ਆ ਇੱਥੇ ਆਉਣ ਦਾ। ਹੁਣ ਮੈਂ ਬਠਿੰਡੇ ਤੋਂ ਚੱਲਦਾ, ਹਫ਼ਤਾ ਲਾਉਣਾ ਹੋਵੇ ਇੱਥੇ 2000 ਰੁਪਿਆ ਖਰਚਾ ਆਉਂਦਾ ਮੇਰਾ, ਠੀਕ ਹੈ ਜੀ। ਬਾਕੀ ਚੰਡੀਗੜ੍ਹ ਦੇ ਜਿਹੜੇ ਗੇੜੇ ਵੱਜਦੇ ਆ, ਕਈ ਵਾਰੀ ਸਾਨੂੰ ਜਾਣਾ ਪੈਂਦਾ ਮੀਟਿੰਗਾਂ ਵਗੈਰਾ, 4-4 ਹਜ਼ਾਰ ਰੁਪਿਆ, 3-3 ਦਿਨ ਉੱਥੇ ਰਹਿਣਾ ਪੈਂਦਾ, 4-4 5-5 ਹਜ਼ਾਰ ਉੱਥੇ ਖਰਚਾ ਆਉਂਦਾ ਸਾਡਾ। ਸਾਡੇ ਕਿਹੜਾ ਉੱਥੇ ਗਾ ਕੋਈ ਰਿਸ਼ਤੇਦਾਰ ਆ ਜੀ, ਕੋਈ ਫਾਜ਼ਿਲਕਾ ਤੋਂ ਚੱਲਦਾ, ਕੋਈ ਅਬੋਹਰੋਂ, ਉਹ ਪੰਜਾਬ ਦੇ ਹੱਦ ਤੋਂ ਬਾਰਡਰਾਂ ਤੋਂ ਚੱਲਦੇ ਆ, ਪਾਕਿਸਤਾਨ ਤੋਂ ਮੁੰਡੇ ਫਾਜ਼ਿਲਕਾ ਕੋਲੇ ਬੈਠੇ ਆ, ਕੋਈ ਬਠਿੰਡੇ ਦਾ, ਸਾਰੇ ਪੰਜਾਬ ਦੇ ਆ ਜੀ। ਪਰ ਹੁਣ ਜਿਹੜੀਆਂ ਚੀਜ਼ਾਂ ਤੋਂ ਆਸ ਸੀਗੀ ਮਾਨ ਸਾਹਿਬ ਤੋਂ, ਉਹ ਚੀਜ਼ਾਂ ਦੇ ਖਰੇ ਨਹੀਂ ਉਤਰੇ ਜੀ। ਆਪਣੇ ਕੋਲ ਗੱਲ ਇਹ ਆ। ਔਰ ਇਹ ਗੱਲ ਸਿਰਫ ਇਹ ਨਹੀਂ, ਹਰ ਵਰਗ ਕਹਿ ਰਹੇ ਆ ਪੰਜਾਬ ਦਾ ਕਿ ਜਿਹੜੇ ਵਾਅਦੇ ਕਰਕੇ ਔਰ ਜਿਹੜੀਆਂ ਗੱਲਾਂ ਕਰਕੇ ਇਹ ਸਰਕਾਰ ਸੱਤਾ ਦੇ ਵਿੱਚ ਆਈ ਸੀ, ਉਹ ਵਾਅਦੇ, ਉਹ ਗੱਲਾਂ ਪੂਰੀਆਂ ਨਹੀਂ ਹੋਈਆਂ। ਮਾਨ ਸਾਹਿਬ ਹਰਾ ਪੈਨ ਚਲਾਓ, ਇਹੋ ਇੱਕ ਅਰਜ਼ ਕਰਦੇ ਨੇ ਪੰਜਾਬ ਦੇ ਇਹ ਬੇਰੁਜ਼ਗਾਰ ਨੌਜਵਾਨ। ਪੰਜਾਬ ਪੁਲਿਸ ਦੀਆਂ ਭਰਤੀਆਂ ਹੋਣੀਆਂ ਬਹੁਤ ਜ਼ਰੂਰੀ ਨੇ। ਪੰਜਾਬ ਪੁਲਿਸ ਦੇ ਵਿੱਚ ਪਹਿਲਾਂ ਹੀ ਮੁਲਾਜ਼ਮਾਂ ਦੀ ਘਾਟ ਹੈ। ਇਹ ਕੋਈ ਨਵੀਆਂ ਭਰਤੀਆਂ ਤਾਂ ਪੰਜਾਬ ਸਰਕਾਰ ਲਗਾਤਾਰ ਰੂਟੀਨ ਦੇ ਵਿੱਚ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਕੱਢ ਰਹੀ ਹੈ, ਪਰ ਇਹ ਜਿਹੜੇ ਪਹਿਲਾਂ ਆਲਰੇਡੀ ਇੱਕ ਤਰ੍ਹਾਂ ਦੇ ਭਰਤੀ ਹੋਏ ਹੋਏ ਨੇ, ਜਿਹੜੇ ਪਹਿਲਾਂ ਐਲੀਜੀਬਲ ਹੋ ਚੁੱਕੇ ਨੇ, ਜਿਨ੍ਹਾਂ ਦੀਆਂ ਮੈਰਿਟਾਂ 29 ਤੱਕ ਗਈਆਂ ਨੇ, 30 ਮੈਰਿਟ ਲਾਸਟ ਹੈ, 29 ਤੱਕ ਇਹਨਾਂ ਦੀ ਮੈਰਿਟ ਗਈ ਹੋਈ ਹੈ, ਹੁਣੇ ਓਵਰੇਜ ਹੋਣ ਦੇ ਕੰਢੇ ਪਹੁੰਚ ਗਏ ਆ, ਕਈ ਓਵਰੇਜ ਹੋ ਚੁੱਕੇ ਆ 2016 ਦੀ ਭਰਤੀ ਤੋਂ ਬਾਅਦ। ਇਹ ਪੁੱਛ ਰਹੇ ਨੇ ਕਿ ਇੰਨੀਆਂ ਮਿਹਨਤਾਂ ਕਰਕੇ ਜੇਕਰ ਇਹਨਾਂ ਦੀ ਜੁਆਇਨਿੰਗ ਨਹੀਂ ਕਰਾਈ ਜਾਂਦੀ ਤਾਂ ਪੰਜਾਬ ਦੇ ਇਹਨਾਂ ਵੋਟਰਾਂ ਦਾ, ਪੰਜਾਬ ਦੇ ਇਹਨਾਂ ਬੇਰੁਜ਼ਗਾਰਾਂ ਦਾ ਅਸਲ ਦੇ ਵਿੱਚ ਕਸੂਰ ਕੀ ਹੈ। ਸੰਗਰੂਰ ਤੋਂ ਸੀਐਮ ਰਿਹਾਇਸ਼ ਦੇ ਸਾਹਮਣੇੋਂ ਆਪਣੇ ਕੈਮਰਾ ਸਹਿਯੋਗੀ ਹਰਪਾਲ ਸਿੰਘ ਦੇ ਨਾਲ ਪ੍ਰਿੰਸ ਭਾਰਦਵਾਜ, ਔਨ 에ਅਰ।